Hello दोस्तों, welcome to City Punjab. So today we are going to discuss the current affairs related to 9th to 15th September ਦੇ ਜਿੰਨੇ ਵੀ important current affairs ਹੈ ਸਾਰੇ ਅੱਜ ਮੈਂ ਡਿਸਕਸ ਕਰਨ ਵਾਲੀ ਹਾਂ। ਅੱਗੇ ਵਧਣ ਤੋਂ ਪਹਿਲਾਂ I would like to inform you ਕਿ ਨਵੀਂ ਟੈਸਟ ਸੀਰੀਜ਼ ਅਸੀਂ ਲਾਂਚ ਕਰ ਦਿੱਤੀ ਹੈ। 17 ਸੈਪਟੈਂਬਰ ਸੰਡੇ ਤੋਂ ਇਹ ਸਟਾਰਟ ਹੈ। ਇੱਕ ਇੱਕ ਕਰਕੇ ਇਸ 'ਚ ਸਾਰੇ ਸਬਜੈਕਟਸ ਦੇ ਸੈਕਸ਼ਨਲ ਟੈਸਟ ਹੋਣਗੇ ਪਹਿਲਾਂ, ਜਿਵੇਂ 2 ਟੈਸਟ ਪੋਲਿਟੀ ਦੇ, 2 ਟੈਸਟ ਹਿਸਟਰੀ ਦੇ, ਇਸ ਤਰੀਕੇ ਨਾਲ। ਦੈਨ ਫੁੱਲ ਲੈਂਥ ਟੈਸਟ ਸ਼ੁਰੂ ਹੋਣਗੇ, ਜਿਹਦੇ ਵਿੱਚ ਇੱਕ ਪੰਜਾਬ ਦਾ ਫੁੱਲ ਲੈਂਥ ਟੈਸਟ ਹੋਏਗਾ ਐਂਡ ਦੈਨ ਉਸ ਤੋਂ ਬਾਅਦ ਮੇਨ ਸਬਜੈਕਟਸ ਦੇ 3 ਫੁੱਲ ਲੈਂਥ ਟੈਸਟ ਹੋਣਗੇ, ਰਾਈਟ। ਸੋ ਇਹ ਸਾਰੀ ਟੈਸਟ ਸੀਰੀਜ਼ ਇਸ ਤਰੀਕੇ ਨਾਲ ਹੀ ਡਿਜ਼ਾਈਨਡ ਹੈ ਕਿ ਤੁਸੀਂ ਪੰਜਾਬ PCS ਲਈ ਤਿਆਰ ਰਹੋ। ਜਿਵੇਂ ਕਿ ਨੋਟੀਫਿਕੇਸ਼ਨ ਆਉਣ ਦੀ ਜਲਦ ਸੰਭਾਵਨਾ ਹੈ। ਅਗਰ ਨੋਟੀਫਿਕੇਸ਼ਨ ਆ ਜਾਂਦੀ ਹੈ ਇਸ ਮਹੀਨੇ ਜਾਂ ਅਗਲੇ ਮਹੀਨੇ, ਦੈਨ ਇਟ ਇਜ਼ ਪੋਸੀਬਲ ਕਿ 3-4 ਮਹੀਨੇ ਦੇ ਅੰਦਰ ਅੰਦਰ ਪ੍ਰੀਲਿਮਸ ਦੀ ਐਕਚੁਅਲ ਡੇਟ ਵੀ ਆ ਜਾਵੇ। ਤਾਂ ਉਸ ਹਿਸਾਬ ਨਾਲ ਹੀ ਇਹ ਟੈਸਟ ਸੀਰੀਜ਼ ਜਿਹੜੀ ਹੈ ਪਲਾਨ ਕੀਤੀ ਗਈ ਹੈ। ਅਗਰ ਇਨ ਕੇਸ ਇਹ ਸਭ ਟਾਈਮਲਾਈਨ ਜਿਹੜੀ ਹੈ ਸਹੀ ਰਹਿੰਦੀ ਹੈ, ਦੈਟ ਮੀਨਸ ਕਿ ਤੁਹਾਨੂੰ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਰਿਵੀਜ਼ਨ ਜਿਹੜੀ ਆਪਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਐਂਡ ਦੈਟ ਇਜ਼ ਵੇਅਰ ਦਿਸ ਟੈਸਟ ਸੀਰੀਜ਼ ਇਜ਼ ਲਾਈਕਲੀ ਟੂ ਹੈਲਪ ਯੂ। ਠੀਕ ਹੈ ਜੀ। ਅਗਰ ਉਸ ਤੋਂ ਲੇਟ ਵੀ ਆਉਂਦਾ ਹੈ ਤਾਂ ਵੀ ਕੋਈ ਵੱਡੀ ਗੱਲ ਨਹੀਂ ਹੈ, ਤੁਹਾਡੀ ਤਿਆਰੀ ਜਿਹੜੀ ਆ ਉਹ ਤੋਂ ਪਹਿਲਾਂ ਹੀ ਐਡਵਾਂਸਡ ਰਹਿਣੀ ਚਾਹੀਦੀ ਹੈ। ਸੋ ਇਸੇ ਲਈ ਇੱਕ ਇੱਕ ਸਬਜੈਕਟ ਚੱਕੋ, ਉਹਦੀ ਰਿਵੀਜ਼ਨ ਸ਼ੁਰੂ ਕਰੋ। 4 ਮਹੀਨੇ ਦੇ ਅੰਦਰ ਇੰਸ਼ੋਰ ਕਰੋ ਕਿ ਤੁਹਾਡਾ ਇੰਨਾ ਲੈਵਲ ਬਣ ਜਾਵੇ ਕਿ ਪ੍ਰੀਲਿਮਸ ਤਾਂ ਜ਼ਰੂਰ ਕਲੀਅਰ ਹੋਵੇ। ਇੰਨੇ ਸਾਲਾਂ ਬਾਅਦ ਪੇਪਰ ਆਉਂਦਾ ਹੈ, ਤੁਸੀਂ ਨਹੀਂ ਚਾਹੁੰਦੇ ਕਿ ਇਸ ਤਰੀਕੇ ਦੀ ਸਿਚੁਏਸ਼ਨ ਹੋਵੇ ਕਿ ਤੁਹਾਡਾ ਪ੍ਰੀਲਿਮਸ ਹੀ ਨਾ ਕਲੀਅਰ ਹੋਵੇ ਤੇ ਮੇਨਸ ਤੁਸੀਂ ਲਿਖ ਨਾ ਪਾਵੋ, right? So do not delay your admission, enroll into this course and make sure that your preparation is comprehensive. ठीक है जी। आज बहुत सारे टॉपिक्स है डिस्कस ਕਰਨ ਲਈ, right? I will directly get into the discussion। ਉਸ ਤੋਂ ਪਹਿਲਾਂ please like, share and subscribe my channel with as many aspirants as you can, right? Khalistan referendum held in Canada as PM Modi raises concerns with Justin Trudeau। ਸੋ ਇਹ ਦੇਖੋ ਜੀ, ਇਹ ਜਸਟਿਨ ਟਰੂਡੋ ਜੋ ਹੈ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ। ਇਸ਼ੂ ਕਿਆ ਹੈ, ਦੇਖੋ ਕੈਨੇਡਾ ਵਿੱਚ ਬਹੁਤ ਸਾਰੀ ਸੈਪਰੇਟਿਸਟ ਫੋਰਸਿਸ ਹੈ। ਪੰਜਾਬ ਸੈਪਰੇਟਿਸਟ ਫੋਰਸਿਸ, ਜਿਹੜੀ ਮੂਵਮੈਂਟ ਨੂੰ ਆਪਾਂ ਖਾਲਿਸਤਾਨ ਮੂਵਮੈਂਟ ਵੀ ਕਹਿੰਦੇ ਹਾਂ। ਕੈਨੇਡਾ ਵਿੱਚ ਇਹ ਜਿਹੇ ਲੋਕ ਬਹੁਤ ਰਿਜ਼ਾਈਡ ਕਰਦੇ ਆ। ਕੈਨੇਡਾ ਕਹਿ ਲਓ, UK ਕਹਿ ਲਓ, ਇਵਨ ਆਸਟ੍ਰੇਲੀਆ ਐਂਡ ਸਮ ਇਨ USA ਆਲਸੋ। ਸੋ ਇਹ ਲੋਕ ਕਿਆ ਕਹਿੰਦੇ ਰਹਿੰਦੇ ਆ, ਉੱਥੇ ਵੌਇਸ ਰੇਜ਼ ਕਰਦੇ ਰਹਿੰਦੇ ਆ that we want a separate six state which they name as ਖਾਲਿਸਤਾਨ। ਤੋ ਜਗ੍ਹਾ ਜਗ੍ਹਾ ਤੇ ਰੈਫਰੈਂਡਮਸ ਵੀ ਹੁੰਦੇ ਹੈ, ਪ੍ਰੋਟੈਸਟ ਹੁੰਦੇ ਨੇ, ਮਾਰਚਿਸ ਹੁੰਦੀਆਂ ਹੈ, ਡਿਫਰੈਂਟ ਤਰੀਕੇ ਦੇ ਇਵੈਂਟਸ ਇਹਨਾਂ ਤੋਂ ਆਰਗੇਨਾਈਜ਼ ਕਰਾਏ ਜਾਂਦੇ ਹੈ। ਐਂਡ ਦੇ ਅਟੈਕ ਇੰਡੀਅਨ ਐਮਬੈਸੀਜ਼ ਆਲਸੋ, ਅਟੈਕਸ, ਵਾਇਲੈਂਟ ਅਟੈਕਸ ਵੀ ਹੁੰਦੇ ਨੇ, ਰਾਈਟ। ਰੀਸੈਂਟਲੀ ਪਿਛਲੇ ਸਮੇਂ ਤੇ ਨਿਊਜ਼ ਵੀ ਚੱਲ ਰਹੀ ਸੀ। ਸੋ ਇੰਡੀਆ ਹੁਣ ਸਾਰੀ ਕੰਟਰੀਜ਼ ਨਾਲ ਇਹ ਇਸ਼ੂ ਜਿਹੜਾ ਹੈ ਰੇਜ਼ ਕਰ ਰਿਹਾ ਹੈ that this is not in the interest of India's sovereignty, this is not in the interest of India's unity, this is also threatening India's security। ਜਿਹੜੇ ਸਾਡੇ ਪ੍ਰੀਐਂਬਲ ਦੇ ਮੇਨ ਆਈਡੀਅਲਸ ਹੈ ਐਂਡ ਸਾਡੀ ਕਨਸਟੀਟਿਊਸ਼ਨ ਦੀ ਵਿਜ਼ਨ ਹੈ, ਉਹਨੂੰ ਹੀ ਇਹ ਮੂਵਮੈਂਟ ਜਿਹੜੀ ਹੈ ਇੰਪੈਕਟ ਕਰ ਰਹੀ ਹੈ। ਤਾਂ ਇੰਡੀਆ ਚਾਹੁੰਦਾ ਹੈ ਕਿ ਇਹ ਕੰਟਰੀਜ਼ ਜਿਹੜੀਆਂ ਹੈ ਦੇ ਸ਼ੁੱਡ ਐਕਟ ਰਿਸਪੌਂਸਿਬਲੀ ਟੂਵਰਡਸ ਇੰਡੀਆਜ਼ ਕੰਸਰਨਸ ਐਂਡ ਇਹੋ ਜਿਹੇ ਐਲੀਮੈਂਟਸ ਨੂੰ ਜਿਹੜੇ ਇੰਡੀਆ ਵਿੱਚ ਅਲਗਾਵਵਾਦੀ ਫੋਰਸਿਸ ਨੂੰ ਜਨਰੇਟ ਕਰ ਰਹੇ ਨੇ, ਸਟਰੋਂਗ ਕਰ ਰਹੇ ਨੇ, ਉਹਨਾਂ ਤੇ ਐਕਸ਼ਨ ਲਿੱਤਾ ਜਾਵੇ। ਠੀਕ ਹੈ। ਕੈਨੇਡਾ ਇੱਕ ਇਹੋ ਜਿਹੀ ਕੰਟਰੀ ਹੈ ਜਿਸ 'ਚ ਖਾਲਿਸਤਾਨ ਮੂਵਮੈਂਟ ਬਹੁਤ ਜ਼ਿਆਦਾ ਸਟਰੋਂਗ ਹੈ ਤੇ ਕੈਨੇਡਾ ਦੇ ਖੁਦ ਦੇ ਪੋਲੀਟੀਸ਼ੀਅਨਸ ਜਿਹੜੇ ਆ ਇਹ ਮੂਵਮੈਂਟ ਨੂੰ ਚੈੱਕ ਕਰਨ ਲਈ ਕੁਝ ਨਹੀਂ ਕਰਦੇ ਆ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਵੋਟਰ ਬੇਸ ਹੈ। ਠੀਕ ਹੈ। ਸਾਰੇ ਕਿਤੇ ਪੋਲਿਟਿਕਸ ਕੰਮ ਕਰਦੀ ਹੈ, ਕੈਨੇਡਾ ਵਿੱਚ ਵੀ ਦੇ ਵਾਂਟ ਟੂ ਵਿਨ ਵੋਟਸ। ਇਸੇ ਲਈ ਖਾਲਿਸਤਾਨ ਸੈਕਸ਼ਨ ਨੂੰ ਉਹ ਸਪੋਰਟ ਕਰਦੇ ਹੈ, ਦਬਾਉਂਦੇ ਨਹੀਂ ਹੈ, ਕਿਉਂਕਿ ਇੱਥੋਂ ਉਹਨਾਂ ਨੂੰ ਕਾਫੀ ਸਾਰੀ ਵੋਟਸ ਮਿਲਦੀਆਂ ਨੇ, ਰਾਈਟ। ਬਟ ਇੰਡੀਆ ਲਈ ਇਹ ਬਹੁਤ ਸਾਰੇ ਕੰਸਰਨਸ ਰੇਜ਼ ਕਰਦਾ ਹੈ। ਤਾਂ ਇੰਡੀਆ ਨੇ ਹੁਣ ਕਲੀਅਰਲੀ ਇਹਨਾਂ ਨੂੰ ਕਨਵੇ ਕੀਤਾ ਹੈ ਕਿ ਅਗਰ ਤੁਸੀਂ ਕੋਈ ਐਕਸ਼ਨ ਨਹੀਂ ਲਓਗੇ then India might also be forced to take a counter action, ਰਾਈਟ। ਪਾਸਟ ਵਿੱਚ ਵੀ ਦੇਖੋ ਕੈਨੇਡਾ ਨਾਲ ਇੰਡੀਆ ਦੇ ਰਿਲੇਸ਼ਨ ਜਿਹੜੇ ਇੰਪੈਕਟ ਹੋਇਆ ਇਸ ਗੱਲ ਕਰਕੇ। ਇੱਕ ਵਾਰ ਜਦੋਂ ਕੈਨੇਡਾ ਦੇ PM ਜਿਹੜੇ ਆਪਦੀ ਫੈਮਿਲੀ ਦੇ ਨਾਲ ਦੇ ਹੀ ਵਿਜ਼ਿਟਡ ਇੰਡੀਆ, ਸੋ ਇੰਡੀਆ ਦੀ ਲੀਡਰਸ਼ਿਪ ਨੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ, ਹੀ ਡਿਡ ਨਾਟ ਇਵਨ ਗੋ ਟੂ ਰਿਸੀਵ ਦਿਸ ਪ੍ਰਾਈਮ ਮਿਨਿਸਟਰ। ਅਦਰਵਾਈਜ਼ ਹਮੇਸ਼ਾ ਆਪਾਂ ਰਿਸਪੈਕਟ ਦੇ ਤੌਰ ਤੇ ਉਹਨਾਂ ਨੂੰ ਰਿਸੀਵ ਕਰਦੇ ਆ, ਉਹਨਾਂ ਦੇ ਨਾਲ ਜਗ੍ਹਾ ਜਗ੍ਹਾ ਤੇ ਪ੍ਰਾਈਮ ਮਿਨਿਸਟਰ ਜਾਂਦੇ ਨੇ। ਬਟ ਇਹ ਜਦੋਂ ਆਏ ਸੀ ਇਕੱਲੇ ਹੀ ਆਏ ਤੇ ਇਕੱਲੇ ਹੀ ਸੁੱਕੇ ਹੱਥ ਮੁੜ ਗਏ, ਰਾਈਟ। that is the kind of rough shoulder we can say ਇੰਡੀਆ ਨੇ ਇਹਨਾਂ ਨੂੰ ਸ਼ੋ ਕੀਤਾ ਸੀ, because India is very much concerned with Canada not taking any action against the separatist forces, right? ਸੋ ਇਹ ਹੋਇਆ ਹੈ। ਦੇਖੋ ਇੰਡੀਆ ਨੇ ਕਨਵੇ ਤਾਂ ਕੀਤਾ, ਬਟ ਪਿੱਛੇ ਹੀ ਪਿੱਛੇ ਦੇਖਿਆ ਗਿਆ ਕਿ ਇਧਰੋਂ ਆਪਾਂ ਇਹਨਾਂ ਨੂੰ ਕਨਵੇ ਕਰ ਰਹੇ ਸੀ ਤੇ ਪਿੱਛੇ ਕੈਨੇਡਾ ਦੇ ਸੁਰੀ ਪ੍ਰੋਵਿੰਸ ਵਿੱਚ ਇੱਕ ਗੁਰਦੁਆਰੇ ਵਿੱਚ ਜੋ ਹੈ ਇਹ ਰੈਫਰੈਂਡਮ ਹੋਇਆ ਖਾਲਿਸਤਾਨ ਨੂੰ ਲੈ ਕੇ,
ਰਾਈਟ। ਸੋ ਇਹ ਇੰਡੀਆ ਲਈ ਕਾਫੀ ਵਰੀਸਮ ਗੱਲ ਹੈ, ਬਟ ਹਜੇ ਤੱਕ ਤਾਂ ਇੰਡੀਆ ਨੇ ਵੌਇਸ ਰੇਜ਼ ਕੀਤੀ ਹੈ। ਸੈਸੈਸਨਿਜ਼ਮ, ਸੈਪਰੇਟਿਜ਼ਮ ਨੂੰ ਹੀ ਕਹਿੰਦੇ ਨੇ। ਤੇ ਇੰਡੀਅਨ ਡਿਪਲੋਮੈਟਸ ਤੇ ਜੋ ਅਟੈਕਸ ਹੋ ਰਹੇ ਨੇ, ਡਿਪਲੋਮੈਟਿਕ ਪ੍ਰਮਾਈਸਿਸ ਤੇ ਜੋ ਅਟੈਕਸ ਹੋ ਰਹੇ ਨੇ, ਇਹਦੇ ਅਗੇਂਸਟ ਵੌਇਸ ਤਾਂ ਰੇਜ਼ ਕੀਤੀ ਹੈ। ਹੁਣ ਲੈਟਸ ਸੀ ਇਫ ਕੈਨੇਡਾ ਟੇਕਸ ਐਨੀ ਕੰਕਰੀਟ ਐਕਸ਼ਨ। ਠੀਕ ਹੈ, ਇਹ ਇੰਡੀਆ ਕੈਨੇਡਾ ਰਿਲੇਸ਼ਨਸ ਲਈ ਇੰਪੋਰਟੈਂਟ ਹੈ। ਆਲਰੇਡੀ ਪੰਜਾਬ PCS GS2 ਵਿੱਚ ਕੁਐਸਚਨ ਪੁੱਛ ਚੁੱਕਿਆ ਔਨ ਇੰਡੀਆ ਕੈਨੇਡਾ ਰਿਲੇਸ਼ਨਸ। ਸੋ ਅਗੇਨ ਕੈਨ ਬੀ ਆਸਕਡ ਇਨ ਕੰਟੈਕਸਟ ਆਫ ਦਿਸ ਨਿਊਜ਼। ਸੋ ਇਹਨੂੰ ਥੋੜਾ ਆਪਦੇ ਕੋਲ ਲਿਖ ਕੇ ਰੱਖੋ, ਰਾਈਟ। ਨੈਕਸਟ ਹੈਗੀ ਹੈ ਪੰਜਾਬ ਰਿਸਟੋਰੇਸ਼ਨ ਆਫ 79 ਅਬੈਂਡਨਡ ਕੈਨਲਸ। 79 ਅਬੈਂਡਨਡ ਕੈਨਲਸ। ਠੀਕ ਹੈ, ਪੰਜਾਬ 'ਚ ਤੁਸੀਂ ਦੇਖੋ ਕੈਨਲ ਸਿਸਟਮ ਫॉर ਇਰੀਗੇਸ਼ਨ ਬਹੁਤ ਜ਼ਿਆਦਾ ਫੇਮਸ ਹੈ। ਬਟ ਕਿਆ ਹੋ ਰਿਹਾ ਹੈ ਕਿ ਕੈਨਲਸ ਜਿਹੜੀਆਂ ਹੈ ਕਾਫੀ ਟਾਈਮ ਤੋਂ ਯੂਜ਼ ਨਹੀਂ ਹੋ ਰਹੀਆਂ, ਕਿਉਂਕਿ ਪੰਜਾਬ ਗਵਰਨਮੈਂਟ ਨੇ ਪਾਵਰ ਤੇ ਸਬਸਿਡੀ ਦਿੱਤੀ ਹੈ। ਆਲਮੋਸਟ ਪਾਵਰ ਫ੍ਰੀ ਹੈ ਫਾਰਮਰ ਦੇ ਲਈ, ਜਾਂ ਫ੍ਰੀ ਆਫ ਕਾਸਟ ਦੇ ਅਰਾਊਂਡ ਹੀ ਇਹਦੀ ਉਹ ਪੈਂਦੀ ਹੈ। ਤਾਂ ਇਸੇ ਲਈ ਫਾਰਮਰ ਨੇ ਕਿਆ ਕੀਤੀਆਂ ਹੈ, ਮੋਟਰਾਂ ਲਗਾ ਦਿੱਤੀਆਂ ਨੇ, ਰਾਈਟ। ਸੋ ਗਰਾਊਂਡ ਵਾਟਰ ਸਿੱਧਾ ਐਕਸਟਰੈਕਟ ਕਰਕੇ ਇਰੀਗੇਸ਼ਨ ਅੱਜ ਕੱਲ ਹੋ ਰਹੀ ਹੈ, ਰਾਈਟ। ਤੇ ਇਹਦੇ ਕਰਕੇ ਤੁਹਾਨੂੰ ਪਤਾ ਹੀ ਹੈ ਪੰਜਾਬ ਦੇ ਗਰਾਊਂਡ ਵਾਟਰ ਦਾ ਲੈਵਲ ਜੋ ਹੈ ਉਹ ਬਹੁਤ ਹੀ ਨੀਚੇ ਗਿਰ ਚੁੱਕਿਆ ਹੈ, ਰਾਈਟ। ਸੋ ਇਸੇ ਲਈ ਹੁਣ ਗਵਰਨਮੈਂਟ ਕੀ ਕਰ ਰਹੀ ਹੈ, ਦੁਬਾਰਾ ਤੋਂ ਕੈਨਲ ਇਰੀਗੇਸ਼ਨ ਨੂੰ ਪ੍ਰਮੋਟ ਕਰਨਾ ਚਾਹ ਰਹੀ ਹੈ। ਇਸੇ ਲਈ ਅਬੈਂਡਨਡ ਕੈਨਲਸ ਜਿਹੜੀਆਂ ਐਵੇਂ ਹੀ ਠੱਪ ਪਈਆਂ ਕੈਨਲਸ ਤੁਸੀਂ ਕਹਿ ਲਓ, ਜਿਨ੍ਹਾਂ ਨੂੰ ਯੂਟਿਲਾਈਜ਼ ਨਹੀਂ ਕੀਤਾ ਜਾ ਰਿਹਾ ਪ੍ਰੋਪਰਲੀ, ਉਹਨਾਂ ਨੂੰ ਰੀਜੂਵਨੇਟ, ਰਿਪਲੈਨਿਸ਼ ਕਰਨ ਦੀ ਕੋਸ਼ਿਸ਼ ਕਰੂਗੀ ਹੁਣ, ਰਾਈਟ। ਇਹਦੇ ਮੇਨ ਦੋ ਹੀ ਸਿਗਨੀਫਿਕੈਂਟ ਰੀਜ਼ਨਸ ਨੇ। ਫਰਸਟ ਹੈ ਕਿ ਡਿਪੈਂਡੈਂਸ ਔਨ ਗਰਾਊਂਡ ਵਾਟਰ ਘਟਾਇਆ ਜਾ ਸਕੇ, ਕੈਨਲ ਇਰੀਗੇਸ਼ਨ ਨੂੰ ਫੋਕਸ ਕਰੀਏ ਰਾਦਰ ਦੈਨ ਪੋਲਿਊਟਿੰਗ ਔਰ ਡੈਮੇਜਿੰਗ ਅਵਰ ਗਰਾਊਂਡ ਵਾਟਰ ਰਿਸੋਰਸਿਸ, ਜਿਹੜੇ ਪੰਜਾਬ ਵਿੱਚ ਬਹੁਤ ਲੋ ਹੈ। ਠੀਕ ਹੈ। ਸੈਕਿੰਡ, ਹੁਣ ਇਨ ਦੀ ਬੈਕਡ੍ਰੌਪ ਆਫ ਫਲੱਡਿੰਗ, ਜਿਹੜੀ ਆਪਾਂ ਰੀਸੈਂਟ ਫਲੱਡਿੰਗ ਦੇਖੀ ਹਰਿਆਣਾ, ਹਿਮਾਚਲ, ਪੰਜਾਬ ਦੇ ਵਿੱਚ, ਉਸ 'ਚ ਵੀ ਰਿਅਲਾਈਜ਼ੇਸ਼ਨ ਹੋਈ ਹੈ ਕਿ ਕੈਨਲਸ ਬਹੁਤ ਇੰਪੋਰਟੈਂਟ ਹੁੰਦੀਆਂ ਹੈ। ਇਹ ਜਿਹੜਾ ਐਕਸੈਸ ਵਾਟਰ ਨੂੰ ਸਟੋਰ ਕਰ ਸਕਦੀਆਂ ਅਗਰ ਇਹ ਪ੍ਰੋਪਰਲੀ ਫੰਕਸ਼ਨਲ ਹੈ। ਦੇਖੋ ਅਗਰ ਇੰਨਾ 'ਚ ਹੀ ਰੇਤਾ ਭਰਿਆ ਹੋਇਆ ਹੈ, ਬੋਲਡਰਸ ਭਰੇ ਹੋਏ ਨੇ ਤੇ ਜਗ੍ਹਾ ਜਗ੍ਹਾ ਦੀ ਪਲਾਂਟੇਸ਼ਨ ਭਰੀ ਹੋਈ ਹੈ, ਤਾਂ ਇਹਨਾਂ ਦੀ ਕੈਰਿੰਗ ਕਪੈਸਿਟੀ ਹੀ ਨਹੀਂ ਹੁੰਦੀ। ਤੋ ਇਸ ਲਈ ਇਹ ਬਹੁਤ ਇੰਪੋਰਟੈਂਟ ਹੈ ਕਿ ਇਹਨਾਂ ਨੂੰ ਰਿਪਲੈਨਿਸ਼ ਕੀਤਾ ਜਾਵੇ, ਇਹਨਾਂ ਨੂੰ ਰਿਜੂਵਨੇਟ ਕੀਤਾ ਜਾਵੇ, ਇਹਨਾਂ ਨੂੰ ਕਲੀਨ ਕੀਤਾ ਜਾਵੇ, ਸੋ ਦੈਟ ਦੇ ਕੈਨ ਕੈਰੀ ਦੀ ਰੇਨ ਵਾਟਰ ਐਜ਼ ਵੈਲ। ਤੇ ਫਲੱਡਿੰਗ ਨੂੰ ਕੁਝ ਹੱਦ ਤੱਕ ਇਹ ਕੰਟਰੋਲ ਕਰ ਸਕਦੀਆਂ ਨੇ। ਠੀਕ ਹੈ, ਇਹ ਸਟੋਰੇਜ ਯੂਨਿਟ ਦੀ ਤਰ੍ਹਾਂ ਐਕਟ ਕਰਦੀਆਂ ਹੈ ਜਦੋਂ ਬਾਰਿਸ਼ ਹੁੰਦੀ ਹੈ, ਬਟ they can act as a storage unit only if they are restored to its proper shape। ਠੀਕ ਹੈ। ਸੋ ਇਹਨਾਂ ਦੋ ਕਾਰਨਾਂ ਵਾਸਤੇ ਕੈਨਲਸ ਬਹੁਤ ਇੰਪੋਰਟੈਂਟ ਹੈ। ਤੁਹਾਨੂੰ ਸਿੱਧਾ ਕੈਨਲਸ ਤੇ ਕੁਐਸਚਨ ਆ ਸਕਦਾ ਹੈ ਕਿ ਵਾਈ ਆਰ ਕੈਨਲਸ ਇੰਪੋਰਟੈਂਟ। ਠੀਕ ਹੈ, ਸੋ ਉਸ 'ਚ ਪੁਆਇੰਟ ਜ਼ਰੂਰ ਲਿਖੋ, ਤੇ ਵੀ ਗਵਰਨਮੈਂਟ ਦਾ ਇਨੀਸ਼ੀਏਟਿਵ ਲਿਖੋ ਕਿ ਗਵਰਨਮੈਂਟ ਜਿਹੜੀ ਹੈ 79 ਅਬੈਂਡਨਡ ਕੈਨਲਸ ਨੂੰ ਰਿਸਟੋਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਰਾਈਟ। ਦੈਟ ਇਜ਼ ਹਾਊ ਯੂ ਕੈਨ ਯੂਜ਼ ਦਿਸ। ਨੈਕਸਟ ਹੈਗਾ ਹੈ ਪੰਜਾਬ CM ਭਗਵੰਤ ਮਾਨ ਟੂ ਲੇ ਸਟੋਨ ਆਫ ਸਾਰਾਗੜੀ ਵਾਰ ਮੈਮੋਰੀਅਲ ਟੁਮਾਰੋ। ਠੀਕ ਹੈ ਜੀ, ਸਾਰਾਗੜੀ ਜਿਹੜੀ ਲੜਾਈ ਹੈ ਪੰਜਾਬ ਹਿਸਟਰੀ ਵਿੱਚ ਕਾਫੀ ਇੰਪੋਰਟੈਂਟ ਹੈ। ਇਹ ਦੇਖੋ ਇਹਦਾ ਮੈਮੋਰੀਅਲ ਹੈ। ਸੋ ਇਹ ਸਾਰੀ ਲੜਾਈ ਹੈ ਕਿਆ ਸੀ, ਉਹਨੂੰ ਆਪਾਂ ਦੇਖ ਲੈਂਦੇ ਹਾਂ। ਕੁਐਸਚਨਸ ਕੈਨ ਬੀ ਆਸਕਡ। ਤੁਸੀਂ ਆਲਰੇਡੀ ਪਿਕਚਰ ਅਗਰ ਦੇਖੀ ਹੋਈ ਹੈ ਦੈਟ ਕੇਸਰੀ ਪਿਕਚਰ ਅਕਸ਼ੇ ਕੁਮਾਰ ਦੀ, ਦੈਟ ਇਜ਼ ਲੂਜ਼ਲੀ ਬੇਸਡ ਔਨ ਦਿਸ ਸਟੋਰੀ। ਠੀਕ ਹੈ ਜੀ, ਬਾਕੀ ਤਾਂ ਉਹ ਕ੍ਰੀਏਟਿਵ ਫਰੀडम ਤਾਂ ਉਹ ਕਰਦੇ ਹੀ ਨੇ, ਬਟ ਅਦਰਵਾਈਜ਼ ਦੈਟ ਪਿਕਚਰ ਇਜ਼ ਸਮਹਾਉ ਰਿਲੇਟਡ ਟੂ ਦਿਸ ਸਟੋਰੀ। ਤਾਂ ਆਪਾਂ ਇਹਨੂੰ ਦੇਖ ਲਵਾਂਗੇ ਕਿਆ ਹੈ। ਤੋ ਦੇਖੋ ਹੁਣ ਪੰਜਾਬ ਗਵਰਨਮੈਂਟ ਪਹਿਲੀ ਵਾਰ ਕਿਆ ਕਰ ਰਹੀ ਹੈ, ਪੰਜਾਬ ਗਵਰਨਮੈਂਟ ਨੇ 1 ਕਰੋੜ ਰੁਪਇਆ 1 ਕਰੋੜ ਰੁਪਇਆ ਜਿਹੜਾ ਹੈ ਇਸ ਮੈਮੋਰੀਅਲ ਦੀ, ਸਾਰਾਗੜੀ ਵਾਰ ਮੈਮੋਰੀਅਲ ਦੀ ਰਿਸਟੋਰੇਸ਼ਨ ਡਿਵੈਲਪਮੈਂਟ ਲਈ ਐਲੋਕੇਟ ਕੀਤਾ ਹੈ। ਸੋ ਦਿਸ ਇਜ਼ ਵਾਈ ਦਿਸ ਇਜ਼ ਇਨ ਨਿਊਜ਼। ਠੀਕ ਹੈ, ਹੁਣ ਆਪਾਂ ਦੇਖ ਲੈਂਦੇ ਹਾਂ ਕਿ ਸਾਰਾਗੜੀ ਦੀ ਬੈਟਲ ਇੰਨੀ ਇੰਪੋਰਟੈਂਟ ਕਿਉਂ ਹੈ, ਇੰਨੇ ਸਾਲਾਂ ਬਾਅਦ, ਆਲਮੋਸਟ 120 ਸਾਲਾਂ ਤੋਂ ਬਾਅਦ ਵੀ ਇਹ ਕਿਉਂ ਇੰਨੀ ਇੰਪੋਰਟੈਂਟ ਹੈ। ਦੇਖੋ ਸਾਰਾਗੜੀ ਦੀ ਜਿਹੜੀ ਬੈਟਲ ਹੈ ਉਹਨੂੰ ਵਨ ਆਫ ਦੀ 8 ਗ੍ਰੇਟੈਸਟ ਬੈਟਲਸ ਦੀ ਲਿਸਟ ਵਿੱਚ ਯੂਨੈਸਕੋ ਨੇ ਸ਼ਾਮਿਲ ਕੀਤਾ ਹੈ। ਦੁਨੀਆ ਦੀ ਪੂਰੇ ਵਰਲਡ ਵਿੱਚ ਵਨ ਆਫ ਦੀ 8 ਗ੍ਰੇਟੈਸਟ ਬੈਟਲਸ ਹੈ। ਠੀਕ ਹੈ, ਬੈਟਲਸ ਦੇ ਏਰੀਆ ਵਿੱਚ ਸਮਝ ਲਓ ਇਹ ਆਪਣਾ ਜੋ ਕਹਿੰਦੇ ਹੈਗੇ ਵੰਡਰ ਆਫ ਦੀ ਵਰਲਡ ਹੈ, ਰਾਈਟ। ਸੋ ਦੇਖੋ ਇਹ ਦੁਨੀਆ ਦੀ ਲਾਸਟ ਸਟੈਂਡਿੰਗ ਬੈਟਲਸ ਚੋਂ ਵੀ ਵਨ ਆਫ ਦੀ ਮੋਸਟ ਇੰਪੋਰਟੈਂਟ ਬੈਟਲ ਹੈ। ਲਾਸਟ ਸਟੈਂਡ ਮਤਲਬ ਜਿਹੜਾ ਕਿ ਦੇਖੋ ਸਮਝ ਲਓ ਇੱਕ ਫਾਈਨਲ ਡਿਫੈਂਸ ਹੁੰਦਾ ਹੈ, ਇੱਧਰ ਇੱਕ ਪਾਰਟੀ ਹੈ, ਇੱਧਰ ਇੱਕ ਪਾਰਟੀ ਹੈ। ਦਿਸ ਇਜ਼ ਦੀ ਲਾਸਟ ਡਿਫੈਂਸ ਯੂ ਕੈਨ ਸੇ that will prevent this party from attacking this party kind of a thing। ਸੋ ਇਹ ਫਾਈਨੈਸਟ ਲਾਸਟ ਸਟੈਂਡ ਦੀ ਬੈਟਲ ਦੀ ਇੱਕ ਐਗਜ਼ਾਮਪਲ ਹੈ ਪੂਰੀ ਵਰਲਡ ਹਿਸਟਰੀ ਦੇ ਵਿੱਚ। ਠੀਕ ਹੈ, ਇਸ ਦੇ ਵਿੱਚ 21 soldiers involved ਸੀ along with one
person who was serving them, not a soldier, but he was kept there to service these soldiers। ਇਹਨਾਂ ਤੇ ਅਟੈਕ ਹੋਇਆ ਸੀ ਬਹੁਤ ਭਾਰੀ ਫੋਰਸਿਸ ਦੇ ਦੁਆਰਾ, ਬਟ ਫਿਰ ਵੀ ਇਹ ਬਹੁਤ ਹੀ ਹਿੰਮਤ ਦੇ ਨਾਲ 7 ਘੰਟੇ ਉਹਨਾਂ ਸਾਰੀ ਫੋਰਸਿਸ ਨਾਲ ਲੜੇ। ਬਹੁਤ ਸਾਰੇ ਸੈਨਿਕਾਂ ਨੂੰ ਇਹਨਾਂ ਨੇ, ਇੱਕ ਇੱਕ ਸੈਨਿਕ ਨੇ, ਇਹਨਾਂ 21 ਸੈਨਿਕਾਂ ਨੇ ਮਾਰਾ, ਰਾਈਟ। ਸੋ ਉਹ ਸਟੋਰੀ ਕਿਆ ਹੈ, that is what we are going to see। now ਦੇਖੋ ब्रिटिश टाइम ਦੀ ਇਹ ਸਟੋਰੀ ਹੈ। बैटल ऑफ सारागढ़ी इज द टाइम when ब्रिटिश used to rule इंडिया, ਰਾਈਟ। ਕਿਆ ਹੁੰਦਾ ਸੀ ਕਿ ਬ੍ਰਿਟਿਸ਼ ਨੇ ਆਪਦੇ ਇੰਪਾਇਰ ਨੂੰ ਪ੍ਰੋਟੈਕਟ ਕਰਨ ਲਈ, ਤੁਹਾਨੂੰ ਪਤਾ ਹੀ ਹੈ ਬ੍ਰਿਟਿਸ਼ ਦਾ ਇੰਪਾਇਰ ਅਗਰ ਆਪਾਂ ਦੇਖੀਏ ਅੱਜ ਦੇ ਅਫਗਾਨਿਸਤਾਨ ਪਾਕਿਸਤਾਨ ਦੇ ਏਰੀਆ ਤੱਕ ਵੀ ਐਕਸਟੈਂਡ ਹੋਇਆ ਹੋਇਆ ਸੀ, ਠੀਕ ਹੈ। ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਜਿਹਨੂੰ ਆਪਾਂ ਪੜ੍ਹਦੇ ਹਾਂ ਮਾਡਰਨ ਹਿਸਟਰੀ ਵਿੱਚ, ਉਤੋਂ ਤੱਕ ਬ੍ਰਿਟਿਸ਼ ਦਾ ਇੰਪਾਇਰ ਸੀ, ਠੀਕ ਹੈ ਜੀ। ਸੋ ਆਪਦੇ ਇੰਪਾਇਰ ਨੂੰ ਇਧਰਲੀ ਸਾਈਡ ਤੋਂ ਪ੍ਰੋਟੈਕਟ ਕਰਨ ਲਈ ਬ੍ਰਿਟਿਸ਼ ਨੇ ਕਿਆ ਕੀਤਾ ਹੋਇਆ ਸੀ, ਬ੍ਰਿਟਿਸ਼ ਨੇ ਕਾਫੀ ਸਾਰੇ ਚੇਨ ਆਫ ਫੋਰਟਸ ਬਣਾਏ ਹੋਏ ਸੀ, ਜਾਂ ਇਸ ਤਰੀਕੇ ਨਾਲ ਤੁਸੀਂ ਸਮਝ ਸਕਦੇ ਹੋ, that would protect British Empire from foreign invasions, ਠੀਕ ਹੈ। ਬਹੁਤ ਸਾਰੇ ਇੱਥੇ ਜਗ੍ਹਾ ਜਗ੍ਹਾ ਤੇ ਇਸ ਤਰੀਕੇ ਨਾਲ ਫੋਰਟਸ ਬਣੇ ਹੁੰਦੇ ਸੀ ਟੂ ਪ੍ਰੋਟੈਕਟ ਬ੍ਰਿਟਿਸ਼ ਇੰਪਾਇਰ, ਰਾਈਟ। ਸੋ ਉਹਨਾਂ ਚੋਂ ਦੋ ਇੰਪੋਰਟੈਂਟ ਫੋਰਟ ਸੀਗੇ, ਫੋਰਟ ਗੁਲਿਸਤਾਨ ਐਂਡ ਫੋਰਟ ਲੋਕਹਾਰਟ, ਫੋਰਟ ਗੁਲਿਸਤਾਨ ਐਂਡ ਫੋਰਟ ਲੋਕਹਾਰਟ, ਠੀਕ ਹੈ। ਇੱਥੇ ਹੀ ਬ੍ਰਿਟਿਸ਼ ਦੇ ਸੋਲਜਰਸ ਰਹਿੰਦੇ ਸੀ, ਬ੍ਰਿਟੇਨ ਦੇ ਖੁਦ ਦੇ ਸੋਲਜਰਸ ਵੀ ਰਹਿੰਦੇ ਸੀ ਇੰਡੀਅਨ ਸੋਲਜਰਸ ਦੇ ਨਾਲ, ਰਾਈਟ। ਹੁਣ ਇਹ ਦੋ ਫੋਰਟਸ ਤਾਂ ਸੀ, ਬਟ ਇਹਨਾਂ ਦੀ ਕਮਿਊਨੀਕੇਸ਼ਨ ਦੇ ਵਿੱਚ, ਇਹਨਾਂ ਦੇ ਵਿੱਚ ਕਮਿਊਨੀਕੇਸ਼ਨ ਪ੍ਰੋਵਾਈਡ ਕਰਨ ਲਈ ਉਦੋਂ ਕੋਈ ਜ਼ਿਆਦਾ ਮਾਡਰਨ ਸੋਰਸਿਸ ਨਹੀਂ ਹੁੰਦੇ ਸੀ, ਉਦੋਂ ਟੈਲੀਫੋਨਸ ਵਗੈਰਾ ਇੰਨੇ ਸਾਰੇ ਸੋਰਸਿਸ ਨਹੀਂ ਸੀ। ਮੇਨਲੀ ਹੀਲੀਓਗ੍ਰਾਫਿਕ ਫਾਰਮ ਆਫ ਕਮਿਊਨੀਕੇਸ਼ਨ ਚੱਲਦੀ ਸੀ, ਮਤਲਬ ਸੂਰਜ ਦੀ ਲਾਈਟ ਨੂੰ ਰਿਫਲੈਕਟ ਕਰ ਕਰਕੇ ਦੇ ਯੂਜ਼ ਟੂ ਪ੍ਰੋਵਾਈਡ ਮੈਸੇजेस, ਯੈਸ ਨੋ ਚ ਗੱਲ ਹੁੰਦੀ ਸੀ, ਸਮਝ ਲਓ, ਠੀਕ ਹੈ। ਸੋ ਇਹ ਹੀਲੀਓਗ੍ਰਾਫਿਕ ਕਮਿਊਨੀਕੇਸ਼ਨ ਐਸਟੈਬਲਿਸ਼ ਕਰਨ ਲਈ ਇਹਨਾਂ ਦੋਨਾਂ ਫੋਰਟਸ ਦੇ ਵਿੱਚ, ਫੋਰਟ 1 ਫੋਰਟ 2 ਦੇ ਵਿੱਚ ਇੱਕ ਸਾਰਾਗੜੀ ਵਿੱਚ ਵਿਲੇਜ ਪੈਂਦਾ ਸੀ, ਉਹਦੇ ਵਿੱਚ ਇੱਕ ਪੋਸਟ ਬਣਾਈ ਗਈ, ਉਸ ਦੇ ਵਿੱਚ ਇੱਕ ਸਾਰਾਗੜੀ ਫੋਰਟ ਜਿਹੜਾ ਹੈ ਐਸਟੈਬਲਿਸ਼ ਕੀਤਾ ਗਿਆ, ਜਿੱਥੇ ਅਰਾਊਂਡ 40 ਸੋਲਜਰਸ ਜਿਹੜੇ ਆ ਪੋਸਟ ਕੀਤੇ ਗਏ, right। their task was to provide communication and to provide some kind of security to the people who are sending the communication signals, ਠੀਕ ਹੈ। ਇਹ ਸਾਰੀ ਇਨੀਸ਼ੀਅਲ ਸਟੋਰੀ ਹੈ। ਹੁਣ ਦੇਖੋ ਜਿਹੜੇ ਇੱਥੇ ਦੇ ਪਸ਼ਤੂਨਸ ਟ੍ਰਾਈਬਲਸ ਵਗੈਰਾ ਰਹਿੰਦੇ ਸੀ, ਉਹ ਬ੍ਰਿਟਿਸ਼ ਤੇ ਬ੍ਰਿਟਿਸ਼ ਤੋਂ ਇੰਪੈਕਟਡ ਸੀ, ਜਾਂ ਕਿਸੇ ਵੀ ਤਰੀਕੇ ਨਾਲ ਉਹ ਬ੍ਰਿਟਿਸ਼ ਨੂੰ ਥਰੋ ਆਊਟ ਕਰਨਾ ਚਾਹੁੰਦੇ ਸੀ। ਤਾਂ ਉਹਨਾਂ ਨੇ ਕਿਆ ਸੋਚਿਆ ਕਿ ਆ ਜਿਹੜਾ ਕਮਿਊਨੀਕੇਸ਼ਨ ਲਿੰਕ ਹੈ ਬ੍ਰਿਟਿਸ਼ ਦਾ ਇਹਨਾਂ ਦੋ ਇੰਪੋਰਟੈਂਟ ਫੋਰਟਸ ਦੇ ਵਿੱਚ, ਸਭ ਤੋਂ ਪਹਿਲਾਂ ਇਹਨੂੰ ਬ੍ਰੇਕ ਕੀਤਾ ਜਾਵੇ, ਐਂਡ that is why they attacked the fort ਸਾਰਾਗੜੀ, ਰਾਈਟ। ਕਮਿਊਨੀਕੇਸ਼ਨ ਨੂੰ ਬ੍ਰੇਕ ਕਰਨ ਲਈ ਦੇ ਅਟੈਕਡ ਸਾਰਾਗੜੀ, ਰਾਈਟ। ਦੇਖੋ ਹੁਣ ਤਾਂ 40 ਬੰਦਿਆਂ ਦੀ ਫੋਰਸ ਹੁੰਦੀ ਸੀ ਇਸ ਫੋਰਟ ਦੇ ਵਿੱਚ, ਬਟ ਉਸ ਦਿਨ ਜਿਸ ਦਿਨ ਅਟੈਕ ਹੋਇਆ ਸਿਰਫ 21 ਸੋਲਜਰਸ ਉੱਥੇ ਪ੍ਰੈਜ਼ੈਂਟ ਸੀ, along with one person that was serving them, that means the last man, total 22 people ਉੱਥੇ ਸੀਗੇ, 21 soldiers were there, ਰਾਈਟ। ਸੋ ਨਾਓ ਇਹ ਲੋਕ ਜਿਹੜੇ ਹੈ ਬਹੁਤ ਹੀ ਬਹਾਦੁਰੀ ਨਾਲ ਲੜੇ। ਤੁਸੀਂ ਦੇਖੋ ਕਿ ਹਜ਼ਾਰਾਂ ਦੇ ਨੰਬਰ 'ਚ ਕਿਹਾ ਜਾਂਦਾ ਹੈ ਕਿ 8000 ਤੋਂ 12000 ਪਸ਼ਤੂਨ ਟ੍ਰਾਈਬਲ ਸੀ ਜਿਨ੍ਹਾਂ ਨੇ ਅਟੈਕ ਕੀਤਾ ਸੀ, ਤੇ ਇਹ 21 ਸੋਲਜਰਸ ਖੜੇ ਇਹਨਾਂ ਨਾਲ 7 ਘੰਟੇ ਤੱਕ ਲੜਦੇ ਰਹੇ, 7 ਆਵਰਸ, ਠੀਕ ਹੈ। ਕਿਉਂਕਿ ਇਹਨਾਂ ਨੂੰ ਡਾਇਰੈਕਸ਼ਨਸ ਮਿਲੀਆਂ ਸੀ ਫਰਮ ਫੋਰਟ ਲੋਕਹਾਰਟ ਕਿ ਡਿਫੈਂਡ ਦਾ ਓਨਰ, ਠੀਕ ਹੈ, ਡਿਫੈਂਡ ਦਾ ਓਨਰ, ਕਿ ਤੁਸੀਂ ਕੋਸਟ ਛੱਡਣੀ ਨਹੀਂ ਹੈ। ਬ੍ਰਿਟਿਸ਼ ਨੇ ਕਿਹਾ ਕਿ ਉੱਥੇ ਖੜ ਕੇ ਜਿੰਨਾ ਟਾਈਮ ਹੋ ਸਕਦਾ ਇਹਨਾਂ ਨੂੰ ਡੀਲੇ ਕਰਨ ਦੀ ਕੋਸ਼ਿਸ਼ ਕਰੋ, ਅਸੀਂ ਇੰਨੇ ਪ੍ਰੈਪਰੇਸ਼ਨ ਕਰ ਲਈ, ਆਪਦੀ ਫੈਮਿਲੀਜ਼ ਨੂੰ ਬਾਹਰ ਭੇਜ ਦਈਏ, ਰੀਇਨਫੋਰਸਮੈਂਟ ਤਿਆਰ ਕਰ ਲਈਏ, ਆਲ ਆਫ ਦੈਟ ਸਟਫ। ਤਾਂ ਇਹਨਾਂ 21 ਸੋਲਜਰਸ ਨੇ ਤਾਂ ਆਪਦੀ ਡਿਊਟੀ ਨਿਭਾਈ, ਆਪਦੀ ਜਿਹੜੀ ਓਥ ਤੋਂ ਇਹ ਸਫੀਅਰ ਕਰ ਚੁੱਕੇ ਸੀ ਆਪਦੀ ਜ਼ਮੀਨ ਨੂੰ ਬਚਾਉਣ ਲਈ, ਆਪਦੀ ਕੰਟਰੀ ਨੂੰ ਬਚਾਉਣ ਦੀ, ਉਹ ਇਹਨਾਂ ਨੇ ਡਿਊਟੀ ਨਿਭਾਈ। ਇੱਕ ਇੱਕ ਸੋਲਜਰ ਨੇ, ਇਹ ਕਿਹਾ ਜਾਂਦਾ ਹੈ ਕਿ 100 ਹਜ਼ਾਰ ਬੰਦਿਆਂ ਨੂੰ ਪਸ਼ਤੂਨਾਂ ਨੂੰ ਮਾਰਿਆ, ਰਾਈਟ। ਇਹ ਜੀ ਸਟੋਰੀਜ਼ ਤੁਸੀਂ ਦੇਖੋਗੇ ਇੰਡੀਆ ਦੀ ਹਿਸਟਰੀ 'ਚ ਬੜੀਆਂ ਭਰੀਆਂ ਹੋਈਆਂ ਹੈ। ਇਸ ਤਰਫ ਇੰਡੀਆ ਚਾਈਨਾ ਨਾਲ ਵੀ ਜਿਹੜੀ ਆਪਣੀ ਲੜਾਈ ਹੋਈ ਸੀ ਅਰੁਣਾਚਲ ਏਰੀਆ 'ਚ, ਉਸ 'ਚ ਵੀ ਇਹੀ ਕਿਹਾ ਜਾਂਦਾ ਹੈ ਕਿ ਇੱਕ ਇੰਡੀਅਨ ਨੇ 100 ਚੀਨੀ ਨੂੰ ਮਾਰਿਆ। Indians were less in force, they did not have much weaponry, so to combat these Chinese they did the same, ਠੀਕ ਹੈ। ਇੰਡੀਅਨ ਸੋਲਜਰਸ ਜਿਹੜੇ ਆ ਕਾਫੀ ਜ਼ਿਆਦਾ ਕੰਬੈਟ ਵਿੱਚ ਮਾਹਿਰ ਨੇ, and that is how the story of ਸਾਰਾਗੜੀ is also placed, ਠੀਕ ਹੈ। ਸੋ ਇਹ ਪੂਰਾ ਉਸ 'ਚ ਡਿਟੇਲ ਦਿੱਤੀ ਹੋਈ ਹੈ ਸਾਰਾਗੜੀ ਕਿਸ ਤਰੀਕੇ ਨਾਲ ਹੋਈ, ਯੂ ਕੈਨ ਰੀਡ ਇਟ। ਸੋ ਅੱਜ ਵੀ ਦੇਖੋ ਆਪਾਂ ਸਾਰਾਗੜੀ ਦੇ ਸੋਲਜਰਸ ਨੂੰ ਰਿਮੈਂਬਰ ਕਰਦੇ ਆ ਇਨ ਡਿਫਰੈਂਟ ਵੇਜ਼। ਸੈਪਟੈਂਬਰ 12 ਜਿਹੜਾ ਨਿਕਲਿਆ ਹੈ ਉਹਨੂੰ ਸਾਰਾਗੜੀ ਡੇ ਦੀ ਤਰ੍ਹਾਂ ਆਪਾਂ ਹੁਣ ਨਵਾਜ਼ਦੇ ਹਾਂ, ਸੋ ਦੈਟ ਵੀ ਕੈਨ ਰਿਮੈਂਬਰ ਦੀ ਸੈਕਰੀਫਾਈਸ ਆਫ ਦੀਸ ਸੋਲਜਰਸ, ਠੀਕ ਹੈ ਜੀ। ਪਾਕਿਸਤਾਨ ਆਰਮੀ ਵੀ ਇਹਨਾਂ ਨੂੰ ਰਿਸਪੈਕਟ ਕਰਦੀ ਹੈ ਕਿਉਂਕਿ ਇਹਨਾਂ ਦੇ ਖਾਈਬਰ ਸਕਾਊਟ ਰੈਜੀਮੈਂਟਸ ਦੇ ਵਿੱਚ ਵੀ ਸਾਰਾਗੜੀ ਮੈਮੋਰੀਅਲ, ਸਾਰਾਗੜੀ
ਸੋਲਜਰਸ ਨੂੰ ਸੈਲੂਟ ਵਗੈਰਾ ਪ੍ਰੈਜ਼ੈਂਟ ਕੀਤਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਬ੍ਰਿਟਿਸ਼ ਵੀ ਇਹਨਾਂ ਦੀ ਕੰਟਰੀਬਿਊਸ਼ਨ ਨੂੰ ਰਿਸਪੈਕਟ ਕਰਦੇ ਆ। ਇਹਨਾਂ ਨੇ ਵੀ ਇਸ ਸਾਰਾਗੜੀ ਫੋਰਟ ਦੀ ਫੁੱਟਬ੍ਰਿਕਸ ਨੂੰ ਯੂਜ਼ ਕਰਕੇ ਮਾਰਟੀਅਰਸ ਲਈ ਆਪਦੀ ਜਗ੍ਹਾ ਤੇ ਜੋ ਹੈ ਇੱਕ ਮੈਮੋਰੇਬਲ ਬਣਾਇਆ ਹੋਇਆ ਹੈ। ਰਾਈਟ। ਡਿਫਰੈਂਟ ਗੁਰਦੁਆਰਾਸ ਵੀ ਇਹਨਾਂ ਨੇ ਬਣਾਏ ਸੀ ਇਨ ਦੀ ਓਨਰ ਆਫ ਸਾਰਾਗੜੀ ਬੈਟਲ। ਅੰਮ੍ਰਿਤਸਰ ਫਿਰੋਜ਼ਪੁਰ ਚ ਇਹ ਗੁਰਦੁਆਰੇ ਮਿਲ ਜਾਂਦੇ ਹੈ। ਰਾਈਟ। ਹੁਣ ਜਿਹੜੀ ਆਪਣੀ SGPC ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹਨੇ ਵੀ ਸਾਰਾਗੜੀ ਦੇ ਪਿੱਛੇ ਇੱਕ ਹਾਲ ਜਿਹੜਾ ਹੈ ਨੇਮ ਕੀਤਾ ਹੈ ਗੁਰਦੁਆਰਾਸ ਦੇ ਵਿੱਚ। ਉਸ ਤੋਂ ਬਾਅਦ ਅਕਸ਼ੇ ਕੁਮਾਰ ਨੇ ਫਿਲਮ ਕੇਸਰੀ ਬਣਾਈ ਹੈ। ਐਂਡ ਇਸ ਤਰੀਕੇ ਨਾਲ ਕਾਫੀ ਸਾਰੇ ਕੰਟਰੀਬਿਊਸ਼ਨਸ ਇਸ ਬੈਟਲ ਲਈ ਦਿੱਤੀ ਗਈ ਹੈ, ਰਿਕਗਨਾਈਜੇਸ਼ਨ ਇਸ ਬੈਟਲ ਲਈ ਦਿੱਤੀ ਗਈ ਹੈ। ਇਵਨ ਅ ਪੋਇਮ 55 ਪੇਜ ਪੋਇਮ ਹੈਜ਼ ਬੀਨ ਰਿਟਨ ਬਾय ਚੌਹਰ ਸਿੰਘ। ਰਾਈਟ। ਖਾਲਸਾ ਬਹਾਦੁਰ ਉਹ ਪੋਇਮ ਦਾ ਨਾਮ ਹੈ, ਤੇ ਉਹ ਸਾਰੀ ਪੋਇਮ ਜਿਹੜੀ ਹੈ ਇਹਨਾਂ ਦੀ ਵੈਲਰ ਨੂੰ, ਇਹਨਾਂ ਦੀ ਹਿੰਮਤ ਨੂੰ, ਇਹਨਾਂ ਦੀ ਡੈਡੀਕੇਸ਼ਨ ਨੂੰ ਹੀ ਡੈਡੀਕੇਟਡ ਹੈ। right, you can read this poem also if you are into poetry, or otherwise just remember the name for answering the questions. ठीक है जी। that is the entire story of this battle. right, can be asked in preliminary examination, ਤਾਂ ਇਹਨੂੰ ਥੋੜਾ ਯਾਦ ਰੱਖੋ। even in mains it can be asked, ਤਾਂ ਇਹ diagram ਵਗੈਰਾ ਜਿਹੜਾ ਹੈ ਬਣਾਉਣ ਦੀ ਕੋਸ਼ਿਸ਼ ਕਰੋ। this is fort ਲੋਕਹਾਟ, ਤੁਸੀਂ ਕਹਿ ਸਕਦੇ ਹੋ this is fort ਗੁਲਿਸਤਾਨ, and which ਹੈ fort ਸਾਰਾਗੜੀ। that is how it is placed. right, now national ਲੋਕ ਅਦਾਲਤ। ਨੈਸ਼ਨਲ ਲੋਕ ਅਦਾਲਤ ਤੁਸੀਂ ਪਹਿਲਾਂ ਵੀ ਹੋ ਸਕਦਾ ਹੈ ਕਿ ਸੁਣਿਆ ਹੋਵੇ। this is a very strong form of alternative dispute resolution mechanism. alternative dispute resolution mechanisms क्या ਹੁੰਦੇ ਹੈ? outside judiciary all the resources that we are using to solve the cases, disputes in civil matters or corporate matters or in any other matter, that is called as alternate dispute resolution mechanism. ਨੈਸ਼ਨਲ ਲੋਕ ਅਦਾਲਤ ਇੱਕ ਬਹੁਤ ਅੱਛਾ ਤੇ ਸਟਰੋਂਗ ਮੈਕੈਨਿਜ਼ਮ ਹੈ ਟੂ ਸੈਟਲ ਡਿਸਪਿਊਟਸ ਆਊਟਸਾਈਡ ਜੁਡੀਸ਼ਰੀ। ਠੀਕ ਹੈ। ਇਹਦੇ ਫਾਇਦੇ ਕਿਆ ਹੁੰਦੇ ਹੈ? ਨੈਸ਼ਨਲ ਲੋਕ ਅਦਾਲਤ ਤੇ ਸਪੀਡੀ ਹੀਅਰਿੰਗ ਆਫ ਕੇਸਿਸ ਹੁੰਦੀ ਹੈ, ਕੋਸਟਲੀ ਨਹੀਂ ਹੁੰਦੀ ਹੈ, ਕੋਸਟ ਰਿਡਕਸ਼ਨ ਹੁੰਦੀ ਹੈ, ਤੁਸੀਂ ਕਹਿ ਸਕਦੇ ਹੋ। ਜੁਡੀਸ਼ਰੀ ਤੇ ਬਰਡਨ ਆਪਾਂ ਜਿਹੜਾ ਹੈ ਲੋਅਰ ਕਰ ਰਹੇ ਹਾਂ। ਲੋਕਾਂ ਨੂੰ ਵੀ ਰਿਲੀਫ ਮਿਲਦਾ ਹੈ ਜਲਦੀ ਤੋਂ ਜਲਦੀ। ਟਾਈਮਲੀ ਡਿਲੀਵਰੀ ਆਫ ਜਸਟਿਸ ਕੈਨ ਬੀ ਦੇਅਰ ਅੰਡਰ ਦਿਸ ਸਿਸਟਮ। ਇਸੇ ਲਈ ਨੈਸ਼ਨਲ ਲੋਕ ਅਦਾਲਤ ਜਿਹੜੀਆਂ ਹੈ ਟਾਈਮ ਟੂ ਟਾਈਮ ਜਿਹੜਾ ਹੈ ਇੰਡੀਆ ਤੇ ਇੰਡੀਆ ਦੀ ਵੇਰੀਅਸ ਸਟੇਟਸ ਕੰਡਕਟ ਕਰਾਉਂਦੀਆਂ ਰਹਿੰਦੀਆਂ ਹੈ। ਨੈਸ਼ਨਲ ਲੈਵਲ ਤੇ ਵੀ ਲੋਕ ਅਦਾਲਤ ਹੁੰਦੀ ਹੈ। ਉਹ ਨੈਸ਼ਨਲ ਲੀਗਲ ਜਿਹੜੀ ਸਾਡੀ ਅਥਾਰਟੀ ਹੈ that conducts the national level ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ, ਨੈਲਸਾ ਟਾਈਪਸ ਅਥਾਰਟੀ ਉਹ ਕਰਦੀ ਹੈ। ਤੇ ਪੰਜਾਬ ਵਿੱਚ ਵੀ ਪੰਜਾਬ ਲੀਗਲ ਸਰਵਿਸਿਜ਼ ਅਥਾਰਟੀ ਹੈ, ਤਾਂ ਪੰਜਾਬ ਵਿੱਚੋਂ ਡੈਡੀਕੇਟਡ ਕੰਡਕਟ ਕਰਾਉਂਦੀ ਹੈ। ਠੀਕ ਹੈ। ਤਾਂ ਇਹ ਬਹੁਤ ਇੰਪੋਰਟੈਂਟ ਸੋਰਸ ਹੈ। ਇਹ ਆਪਾਂ ਜੁਡੀਸ਼ਰੀ ਦੇ ਟੌਪਿਕਸ ਵਿੱਚ ਯੂਜ਼ ਕਰ ਸਕਦੇ ਹਾਂ। ਤਾਂ ਕਰੰਟਲੀ ਇਹ ਡਾਟਾ ਆਇਆ ਹੈ ਕਿ ਇਹਨੇ 2.7 ਲੱਖ ਤੋਂ ਜ਼ਿਆਦਾ ਕੇਸਿਸ ਤੁਸੀਂ ਕਹਿ ਸਕਦੇ ਹੋ ਪੰਜਾਬ ਦੇ ਵਿੱਚ ਨੈਸ਼ਨਲ ਲੋਕ ਅਦਾਲਤ ਦੀ ਬੈਂਚਿਸ ਨੇ ਸੋਲਵ ਕੀਤੇ ਹੈ। ਆਲਮੋਸਟ 400 ਬੈਂਚਸ ਬੈਠੇ ਨੈਸ਼ਨਲ ਲੋਕ ਅਦਾਲਤ ਦੇ। ਇਹ ਟੈਂਪਰਰੀ ਬੈਂਚਸ ਹੁੰਦੇ ਹੈ, ਟਾਈਮ ਟੂ ਟਾਈਮ ਬੈਠਦੇ ਰਹਿੰਦੇ ਹੈ। ਪੰਜਾਬ ਵਿੱਚ ਜਗ੍ਹਾ ਜਗ੍ਹਾ ਵਿੱਚ ਜਾ ਕੇ these benches ਦੇ ਸੈਟਅਪ they were organized by ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ। ਰਾਈਟ। ਇਹਨਾਂ ਨੇ ਮਿਲ ਕੇ ਜਿਹੜੇ ਹੈ 2.5 ਲੱਖ ਤੋਂ ਜ਼ਿਆਦਾ ਕੇਸਿਸ, 2.7 ਲੱਖ ਤੋਂ ਜ਼ਿਆਦਾ ਕੇਸਿਸ ਸੋਲਵ ਕੀਤੇ ਹੈ। ਠੀਕ ਹੈ। ਸੋ ਇਹ ਸਾਰੇ ਬੈਨੀਫਿਟਸ ਇਹਨਾਂ ਨੇ ਪ੍ਰੋਵਾਈਡ ਕੀਤੇ। ਰਾਈਟ। ਸੋ ਆਲਮੋਸਟ ਇੰਨੇ ਰੁਪਿਆਂ ਦਾ ਤੁਸੀਂ ਕਹਿ ਸਕਦੇ ਹੋ 658,602,62,000 ਰੁਪੀਜ਼ ਦੇ ਜੋ ਡਿਫਰੈਂਟ ਕੰਪਨਸੇਸ਼ਨ ਵਗੈਰਾ ਅਵਾਰਡ ਕਰਨਾ ਹੁੰਦਾ ਹੈ, ਗ੍ਰਾਂਟਸ ਦੇਣੇ ਹੁੰਦੇ ਆ, ਪਨਿਸ਼ਮੈਂਟਸ ਦੇਣੇ ਹੁੰਦੇ ਆ, ਉਹ ਸਭ ਇਹਨਾਂ ਨੇ ਡਿਸਪੋਜ਼ ਕੀਤੇ। ਰਾਈਟ। ਸੋ ਇਹ ਤੁਸੀਂ ਇੱਕ ਡਾਟਾ ਬਿਲਕੁਲ ਰੱਖ ਸਕਦੇ ਹੋ। ਕਦੀ ਕੁਐਸਚਨ ਆਉਂਦਾ ਹੈ ਹਾਊ ਆਊਟਸਾਈਡ ਦ ਜੁਡੀਸ਼ਰੀ disputes can be settled or are being settled, there you can use this name. ਬਾਕੀ ਨੈਸ਼ਨਲ ਲੋਕ ਅਦਾਲਤ ਦੀ ਪੂਰੀ ਡਿਟੇਲ ਵੀ ਕੱਢ ਲਓ, ਪ੍ਰੀਲਿਮਸ ਦਾ ਕੁਐਸਚਨ ਵੀ ਆ ਸਕਦਾ ਹੈ। ਰਾਈਟ। ਉਸ ਤੋਂ ਬਾਅਦ ਪੰਜਾਬ ਟੂਰਿਜ਼ਮ ਸਮਿਟ 2023। ਰਾਈਟ। ਤੁਹਾਨੂੰ ਮੈਂ ਦੱਸਿਆ ਹੀ ਸੀ ਪੰਜਾਬ ਜਿਹੜੀ ਹੈ ਐਗਰੀਕਲਚਰ ਤੇ ਕਾਫੀ ਡਿਪੈਂਡੈਂਟ ਹੈ। ਐਗਰੀਕਲਚਰ ਤੋਂ ਡਿਪੈਂਡੈਂਸੀ ਘਟਾਉਣ ਲਈ ਹੁਣ ਦੂਸਰੇ ਸੈਕਸ਼ਨਸ ਪੰਜਾਬ ਐਕਸਪਲੋਰ ਕਰ ਰਿਹਾ ਹੈ। ਵਨ ਆਫ ਦੋਸ ਸੈਕਟਰ ਇਜ਼ IT ਸੈਕਟਰ। ਇਸੇ ਲਈ ਆਪਾਂ IT ਪਾਰਕਸ ਪੰਜਾਬ ਵਿੱਚ ਫੋਕਸ ਕਰ ਰਿਹਾ ਬਣਾਉਣ ਦੇ। ਮੋਹਾਲੀ ਤਾਂ ਆਲਰੇਡੀ ਬਣ ਹੀ ਰਿਹਾ ਹੈ। ਅੰਮ੍ਰਿਤਸਰ ਦੂਸਰਾ ਟਾਰਗੇਟ ਸਿਟੀ ਹੈ ਟੂ ਬੀ ਕਨਵਰਟਡ ਇਨਟੂ IT ਪਾਰਕਸ। ਠੀਕ ਹੈ। ਸੈਕੰਡ ਏਰੀਆ ਹੈ ਟੂਰਿਜ਼ਮ। ਪੰਜਾਬ ਟੂਰਿਜ਼ਮ ਨੂੰ ਪ੍ਰਮੋਟ ਕਰਨ ਤੇ ਵੀ ਕਾਫੀ ਫੋਕਸ ਕਰ ਰਿਹਾ ਹੈ। ਉਹਦੇ ਹੀ ਰਿਗਾਰਡਿੰਗ 11 ਤੋਂ 13 ਸਤੰਬਰ ਤੱਕ 2 ਦਿਨਾਂ ਦਾ ਟੂਰਿਜ਼ਮ ਸਮਿਟ ਇਹ ਕੰਡਕਟ ਕਰਾਇਆ ਗਿਆ ਪੰਜਾਬ ਦੁਆਰਾ।
ਰਾਈਟ। ਹੁਣ ਇਹਦਾ ਏਮ ਕਿਆ ਹੈ? ਸ਼ੋਕੇਸ ਕਰਨਾ ਕਿ ਪੰਜਾਬ ਵਿੱਚ ਕਿੰਨਾ ਟੂਰਿਸਟ ਪੋਟੈਂਸ਼ੀਅਲ ਹੈ, aimed at showcasing Punjab's tourism potential and to attract tourism sector ਵਿੱਚ investments in Punjab। ਠੀਕ ਹੈ ਜੀ। ਸੋ ਬੇਸਿਕਲੀ ਬਿਜ਼ਨੈਸਿਸ ਨੂੰ ਅਟਰੈਕਟ ਕਰਨ ਲਈ ਇਹ ਸਮਿਟ ਬਣਾਇਆ ਗਿਆ ਕਿ ਅਸੀਂ ਗਵਰਨਮੈਂਟ ਜੋ ਹੈ ਟੂਰਿਜ਼ਮ ਇਨਫਰਾਸਟ੍ਰਕਚਰ ਇਸ ਤਰੀਕੇ ਨਾਲ ਪ੍ਰਮੋਟ ਕਰੇਗੀ, ਸਪੋਰਟ ਕਰੇਗੀ, ਤੁਸੀਂ ਆਓ ਸਾਡੇ ਪੰਜਾਬ ਵਿੱਚ ਪੈਸਾ ਲਗਾਓ। ਰਾਈਟ। ਸੋ ਦੇਖੋ ਜਿਹੜੇ ਚੀਫ ਮਿਨਿਸਟਰ ਭਗਵੰਤ ਮਾਨ ਹੈ ਉਹਨਾਂ ਨੇ ਡਿਫਰੈਂਟ ਕਮਿਟਮੈਂਟਸ ਕੀਤੀਆਂ ਹੈ ਕਿ ਅਸੀਂ ਪੰਜਾਬ ਵਿੱਚ ਇਕੋ ਟੂਰਿਜ਼ਮ ਪ੍ਰਮੋਟ ਕਰਾਂਗੇ, ਵੈਲਨੈਸ ਸੈਂਟਰਸ ਪ੍ਰਮੋਟ ਕਰਾਂਗੇ, ਐਡਵੈਂਚਰ ਟੂਰਿਜ਼ਮ, ਹੈਰੀਟੇਜ ਸਰਕਿਟਸ, ਫਾਰਮ ਟੂਰਿਜ਼ਮ, ਇਹ ਸਭ ਕੁਝ ਟਾਈਪ ਦੇ ਟੂਰਿਜ਼ਮ ਜਿਹੜੇ ਆ ਪ੍ਰਮੋਟ ਕਰਾਂਗੇ। ਤੇ ਪੰਜਾਬ ਦੇ ਕੁਝ ਏਰੀਆਜ਼ ਲਾਈਕ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਜਿੱਥੇ ਵਾਟਰ ਬੋਡੀਜ਼ ਬਹੁਤ ਹੈ, ਡੈਮਸ ਬਹੁਤ ਹੈ, ਇਹਨਾਂ ਨੂੰ ਇਕੋ ਟੂਰਿਜ਼ਮ ਦੀ ਸਾਈਟਸ ਦੀ ਤਰ੍ਹਾਂ ਪ੍ਰਮੋਟ ਕੀਤਾ ਜਾਏਗਾ। ਆਲਰੇਡੀ ਆਪਾਂ ਪੜ੍ਹ ਚੁੱਕੇ ਹਾਂ ਹੁਸ਼ਿਆਰਪੁਰ ਵਿੱਚ ਆਈ ਥਿੰਕ ਆਲਮੋਸਟ 5 ਡਿਸਟ੍ਰਿਕਟਸ ਦੇ ਵਿੱਚ ਇਕੋ ਟੂਰਿਜ਼ਮ ਦੇ ਇਨੀਸ਼ੀਏਟਿਵ ਲਾਂਚ ਕਰ ਚੁੱਕੀ ਹੈ ਪੰਜਾਬ। ਰਾਈਟ। तो दे आर एक्चुअली टेकिंग द इनिशिएटिव ऑल्सो, सिर्फ गल्ला नहीं है, थोड़ा बहुत इनिशिएटिव भी लिता जा ਰਿਹਾ ਹੈ। ਉਸ ਤੋਂ ਬਾਅਦ ਪੰਜਾਬ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਫਿਲਮ ਸਿਟੀ ਵੀ ਐਸਟੈਬਲਿਸ਼ ਕਰਾਂਗੇ। ਦੇਖੋ ਇਹ ਵੀ ਟੂਰਿਜ਼ਮ ਪ੍ਰਮੋਟ ਕਰਨ ਦਾ ਕਾਫੀ ਅੱਛਾ ਜਾਂ ਇਕਨੋਮੀ ਪ੍ਰਮੋਟ ਕਰਨ ਦਾ ਕਾਫੀ ਅੱਛਾ ਸਾਧਨ ਹੈ, ਕਿਉਂਕਿ ਫਿਲਮ ਇੰਡਸਟਰੀ ਜਿਹੜੀ ਹੈ ਬਹੁਤ ਹੀ ਕਰੋੜਾਂ ਦੀ, ਬਿਲੀਅਨਸ ਦੀ ਇੰਡਸਟਰੀ ਹੈ। ਬਹੁਤ ਲੋਕਾਂ ਨੂੰ ਇੰਪਲੋਇਮੈਂਟ ਵੀ ਦਿੰਦੀ ਹੈ ਇਹ, ਡਿਫਰੈਂਟ ਟਾਈਪ ਆਫ ਇੰਪਲੋਇਮੈਂਟ, ਸਕਿਲਡ, ਅਨਸਕਿਲਡ, ਹਾਇਰ ਲੈਵਲ, ਕੈਮਰਾ ਦੇ ਵਿੱਚ, ਡਾਂਸਿੰਗ ਦੇ ਵਿੱਚ, ਐਕਟਿੰਗ ਦੇ ਵਿੱਚ, ਰਾਈਟਿੰਗ ਦੇ ਵਿੱਚ, ਡਿਫਰੈਂਟ ਫਾਰਮਸ ਆਫ ਇੰਪਲੋਇਮੈਂਟ ਇਟ ਗਿਵਸ। ਠੀਕ ਹੈ। ਸੋ ਪੰਜਾਬ ਦੇ ਵਿੱਚ ਫਿਲਮ ਸਿਟੀ ਬਣੇਗੀ। ਫਿਲਮ ਸਿਟੀ ਦਾ ਮਤਲਬ ਹੀ ਹੁੰਦਾ ਹੈ ਕਿ ਉੱਥੇ ਫਿਲਮਸ ਸ਼ੂਟ ਹੁੰਦੀਆਂ ਨੇ, which generates revenue for the state। ਠੀਕ ਹੈ। ਸੋ that is why this is being focused। ਆਲਰੇਡੀ ਪੰਜਾਬ ਵਿੱਚ ਟੂਰਿਜ਼ਮ ਦੇ ਏਰੀਆ ਨੂੰ ਪ੍ਰਮੋਟ ਕਰਨ ਲਈ ਡਿਫਰੈਂਟ ਫੈਸਟੀਵਲਸ ਜਿਹੜੇ ਆ ਉਹ ਕੰਡਕਟ ਕਰਾਏ ਜਾ ਰਹੇ ਆ ਡਿਫਰੈਂਟ ਏਰੀਆਜ਼ ਵਿੱਚ। ਜਿਵੇਂ ਕਿ ਅੰਮ੍ਰਿਤਸਰ 'ਚ ਦੇਖੋ ਦਿਲ ਪੰਜਾਬੀ ਨਾਮ ਦਾ ਫੈਸਟੀਵਲ ਹੋਣਾ ਹੈ ਨੈਕਸਟ ਈਅਰ, ਇਟ ਇਜ਼ ਬੀਂਗ ਸੈਡ ਟੂ ਅਟਰੈਕਟ ਟੂਰਿਜ਼ਮ। ਵਿਸਾਖੀ ਮੇਲਾ ਬਠਿੰਡਾ ਵਿੱਚ ਕੰਡਕਟ ਕਰਾਇਆ ਗਿਆ। ਬਾਬਾ ਸ਼ੇਖ ਫਾਰੀਦ ਆਗਮਨ ਫੈਸਟੀਵਲ ਫਰੀਦਕੋਟ 'ਚ ਕੰਡਕਟ ਕਰਾਇਆ ਗਿਆ। ਸੋ ਇਸ ਤਰੀਕੇ ਦੇ ਵੇਰੀਅਸ ਫੈਸਟੀਵਲਸ ਜਿਹੜੇ ਹੈ ਪੰਜਾਬ ਵਿੱਚ ਕੰਡਕਟ ਕਰਾਏ ਜਾਣਗੇ ਟਾਈਮ ਟੂ ਟਾਈਮ, ਸੋ ਦੈਟ ਟੂਰਿਜ਼ਮ ਨੂੰ ਅਟਰੈਕਟ ਕੀਤਾ ਜਾ ਸਕੇ। ਰਾਈਟ। ਹੋਰ ਸੀਐਮ ਨੇ ਕਿਆ ਕਿਹਾ ਕਿ ਅੰਮ੍ਰਿਤਸਰ ਵਿੱਚ ਸੈਲੀਬ੍ਰੇਸ਼ਨ ਪੁਆਇੰਟ ਨਾਮ ਦਾ ਇੱਕ ਪਲੇਸ ਪੂਰੀ ਬਣਾਈ ਜਾਏਗੀ। ਠੀਕ ਹੈ। ਸਿਟੀ ਤੋਂ ਥੋੜਾ ਜਿਹਾ ਦੂਰ ਜਾ ਕੇ ਵੱਡੀ ਸਾਰੇ ਪੀਸ ਆਫ ਲੈਂਡ ਨੂੰ ਐਕਵਾਇਰ ਕਰ ਲਿੱਤਾ ਜਾਏਗਾ ਤੇ ਸਭ ਕੁਝ ਬਣਾਇਆ ਜਾਏਗਾ। ਇੱਕ ਮੈਰਿਜ ਪੈਲੇਸ, ਇੱਕ ਬੈਂਕੁਏਟ ਹਾਲ, ਸਟਾਲਾਂ ਵਗੈਰਾ, ਹੋਟਲ ਬਣਾਇਆ ਜਾਏਗਾ, ਅਮਿਊਜ਼ਮੈਂਟ ਪਾਰਕ ਬਣਾਇਆ ਜਾਏਗਾ ਤਾਂ ਕਿ ਲੋਕ ਇੱਥੇ ਆਣ ਤੇ ਇੱਥੇ ਹੀ ਸਾਰਾ ਦਾ ਸਾਰਾ ਟੂਰਿਜ਼ਮ ਦਾ ਮਨੋਰੰਜਨ ਦੇ ਕੈਨ ਉਠਾ ਸਕਣ। ਰਾਈਟ। ਸ਼ਾਦੀਆਂ ਵੀ ਹੋ ਪਾਣਗੀਆਂ ਇੱਥੇ, ਫੰਕਸ਼ਨਸ ਵੀ ਹੋ ਪਾਣਗੇ, ਤਾਂ ਡਿਫਰੈਂਟ ਤਰੀਕੇ ਨਾਲ ਇਹ ਇਕੋਨਮੀ ਨੂੰ ਬੂਸਟ ਕਰੇਗਾ। that is the main idea। ठीक है। सो ये सारा आइडिया है। यू कैन कीप इट इन रिटर्न विद यू। टूरिज्म पे क्वेश्चन आना हाईली पॉसिबल है क्योंकि पंजाब गवर्नमेंट ज्यादा फोकस कर रही है, तो उस पॉइंट्स तुसी यूज कर सकते हो। ठीक है जी। उस तो बाद निपा वायरस बहुत फैल रहा है। सो इट इज इंपॉर्टेंट फॉर अस टू अंडरस्टैंड व्हाट इज निपा वायरस। निपा वायरस देखो एक जूनोटिक वायरस है। जूनोटिक मतलब ਜਿਹੜਾ एनिमल्स टू ह्यूमंस इजीली ट्रांसफर हो सकता है। सो दैट इज द निपा वायरस। याद रखना है जूनोटिक है। ये आरएनए वायरस है। ठीक है। ये टीएनए वायरस नहीं है, ये आरएनए बेस्ड वायरस है। राइट। ये याद रखना है आपा। ठीक है। ਇਹਨੂੰ ਹੈਂਡਰਾ ਵਾਇਰਸ ਇਨਫੈਕਸ਼ਨ ਵੀ ਕਹਿ ਦਿੰਦੇ ਆ ਕਿਉਂਕਿ ਇਹ ਹੈਨੀਪਾ ਵਾਇਰਸ ਤੋਂ ਜੋ ਹੈ ਐਕਚੁਅਲੀ ਜਨਰੇਟ ਹੁੰਦੀ ਹੈ। ਹੈਂਡਰਾ ਵਾਇਰਸ ਨਾਲੇ ਕਾਫੀ ਰਿਲੇਟਡ ਹੈ, ਤਾਂ ਇਹ ਨਾਮ ਵੀ ਯਾਦ ਰੱਖੋ। ਇਹ ਰੇਅਰ ਇਮਰਜਿੰਗ ਜ਼ੂਨੋਸਿਸ ਹੈ। ਫਸਟ ਟਾਈਮ ਇਹ ਮਲੇਸ਼ੀਆ, ਸਿੰਗਾਪੁਰ ਵਿੱਚ ਰਿਪੋਰਟ ਕੀਤੀ ਗਈ ਸੀ 1990s ਦੇ ਵਿੱਚ। ਫਸਟ ਟਾਈਮ ਇਹ ਪਿਗਸ ਦੇ ਵਿੱਚ ਵਿਟਨੈਸ ਕੀਤੀ ਗਈ ਸੀ। ਰਾਈਟ। ਉਸ ਤੋਂ ਬਾਅਦ ਮੈਨੀ ਅਦਰ ਡੋਮੈਸਟਿਕ ਐਨੀਮਲਸ ਦੇ ਵਿੱਚ ਵੀ ਫਾਈਂਡ ਕੀਤੀ ਗਈ, ਡੋਗਸ, ਕੈਟਸ ਐਂਡ ਆਲ ਦੇ ਵਿੱਚ, ਬਟ ਦੈਟ ਇਜ਼ ਵੇਅਰ ਇਟ ਸਟਾਰਟਡ। ਹੁਣ ਇਹ ਟ੍ਰਾਂਸਮਿਟ ਕਿਵੇਂ ਹੁੰਦੀ ਹੈ ਇੱਕ ਬੰਦੇ ਤੋਂ ਦੂਸਰੀ ਬੰਦੇ ਤੇ? ਦੇਖੋ ਵਾਇਰਸ ਜਿਹੜਾ ਹੈ ਬੈਟਸ ਦੇ ਵਿੱਚ ਹੈਵੀ ਕੁਆਂਟੀਟੀ ਵਿੱਚ ਪਾਇਆ ਜਾਂਦਾ ਹੈ। ਬੈਟਸ ਨੂੰ ਦੇਖੋ ਖੁਦ ਨੂੰ ਕੁਝ ਨਹੀਂ ਹੁੰਦਾ, ਬਟ ਬੈਟਸ ਜਿਹੜੇ ਆ ਬਹੁਤ ਸਾਰੇ ਵਾਇਰਸਿਸ ਨੂੰ ਹਾਊਸ ਕਰਦੀਆਂ ਨੇ। ਰਾਈਟ। ਸੋ ਇਹ ਬੈਟਸ ਦੇ ਵਿੱਚ ਬੈਟਸ ਜਿਹੜੀਆਂ ਇਹ ਰਿਜ਼ਰਵਾਇਰ ਹੋਸਟ ਦੀ ਤਰ੍ਹਾਂ ਐਕਟ ਕਰਦੀਆਂ ਹੈ ਵਾਇਰਸ ਲਈ। ਅਗਰ ਇਹ ਬੈਟ ਕਿਸੇ ਦੇ ਉੱਤੇ ਯੂਰਿਨ ਕਰ ਦੇਣ, ਇਹਨਾਂ ਦੇ ਫੀਸਿਸ 'ਚ, ਇਹਨਾਂ ਦੇ ਸਲਾਈਵਾ ਵਿੱਚ ਕਿਸੇ ਨੂੰ ਬਾਈਟ ਕਰ ਦੇਣ, ਇਹਨਾਂ ਦੇ ਡਿਫਰੈਂਟ ਫਲੂਇਡਸ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਇਹ ਵਾਇਰਸ ਜਿਹੜਾ ਹੈ ਪ੍ਰੈਜ਼ੈਂਟ ਹੁੰਦਾ ਹੈ। ਐਂਡ ਵੰਸ ਦੇ ਬਾਈਟ ਵਨ ਪਰਸਨ ਇਟ ਸਪਰੈਡਸ ਟੂ ਦੀ ਹਿਊਮਨ। ਐਂਡ ਉਸ ਤੋਂ ਬਾਅਦ ਹਿਊਮਨ ਟੂ ਹਿਊਮਨ ਟ੍ਰਾਂਸਮਿਸ਼ਨ ਜਿਹੜੀ ਹੈ ਕਮਿਊਨੀਕੇਬਲ ਹੁੰਦੀ ਹੈ। Right? That is how this disease spreads from the organisms to the humans and then from humans to humans।
ਠੀਕ ਹੈ। ਇਹਦੇ ਸਿੰਪਟਮਸ ਉਹੀ ਸਭ ਫੀਵਰ, ਡਰਾਊਜ਼ੀਨੈਸ, ਹੈਡੇਕ, ਡਿਸਓਰੀਐਂਟੇਸ਼ਨ ਤੇ ਕੋਮਾ ਵਗੈਰਾ ਇਨ ਐਕਸਟ੍ਰੀਮ ਕੇਸਿਸ ਕੈਨ ਬੀ देयर ਐਂਡ ਡੈਥ ਅਲਟੀਮੇਟਲੀ ਇਜ਼ ਪੋਸੀਬਲ ਇਨ ਸੀਰੀਅਸ ਕੇਸਿਸ। ਠੀਕ ਹੈ। ਇਹਦੀ ਪ੍ਰੀਵੈਂਸ਼ਨ ਲਈ ਦੇਖੋ ਐਫਰਟਸ ਤਾਂ ਕੀਤੇ ਜਾ ਰਹੇ ਆ ਬਟ ਹਜੇ ਤੱਕ ਕੋਈ ਵੀ ਵੈਕਸੀਨ ਮਾਰਕੀਟ ਵਿੱਚ ਨਹੀਂ ਹੈ। ਰਾਈਟ, ਐਫਰਟਸ ਆਰ ਬੀइंग ਮੇਡ ਬਟ ਨਥਿੰਗ ਯੈਟ। ਰਾਈਟ, ਸੋ ਇਹ ਸਾਰੀ ਫੈਕਚੁਅਲ ਡਿਟੇਲਸ ਹੈ, ਪ੍ਰੀਲਿਮਸ ਲਈ ਯਾਦ ਰੱਖੋ। ਰਾਈਟ ਨਾउ ਦਿਸ ਇਜ਼ ਵੈਰੀ ਇੰਪੋਰਟੈਂਟ ਡਿਵੈਲਪਮੈਂਟ ਫॉर ਸਾਇੰਸ ਐਂਡ ਟੈਕਨੋਲੋਜੀ ਫੀਲਡ। ਜਿਹੜੀ ਸਾਡੀ IISc ਬੈਂਗਲੋਰ ਹੈ ਉਹਦੇ ਸਾਇੰਟਿਸਟ ਨੇ ਕੈਂਸਰ ਦਾ ਇੱਕ ਨਵਾਂ ਕਿਉਰ ਜਿਹੜਾ ਹੈ ਹਜੇ ਥਿਓਰੈਟੀਕਲ ਬੇਸਿਸ ਤੇ ਫਾਈਂਡ ਆਊਟ ਕਰ ਲਿਆ ਹੈ। ਇਸ ਦੇ ਵਿੱਚ ਕਿਆ ਹੈ, ਹਾਈਬ੍ਰਿਡ ਨੈਨੋ ਪਾਰਟੀਕਲਸ ਯੂਜ਼ ਹੋਏ ਨੇ। ਰਾਈਟ, ਹੁਣ ਦੇਖੋ ਨੈਨੋ ਟੈਕਨੋਲੋਜੀ ਤੁਸੀਂ ਸਾਰੀ ਪੜ੍ਹਨੀ ਹੈ, ਬਹੁਤ ਇੰਪੋਰਟੈਂਟ ਹੈ। ਨੈਨੋ ਕਿਆ ਹੁੰਦਾ ਹੈ, ਯੂ ਸ਼ੁਡ ਨੋ। ਦੇਖੋ ਆਲਰੇਡੀ 골ਡ ਤੇ ਕਾਪਰ ਸਲਫਾਈਡ ਦੇ ਜਿਹੜੇ ਨੈਨੋ ਪਾਰਟੀਕਲਸ ਨੇ ਉਹ ਕਾਫੀ ਜ਼ਿਆਦਾ ਪੋਟੈਂਸ਼ੀਅਲ ਸ਼ੋ ਕਰ ਚੁੱਕੇ ਨੇ ਇਨ ਡੀਲਿੰਗ ਵਿਦ ਕੈਂਸਰ। ਠੀਕ ਹੈ। ਹੁਣ ਕਿਆ ਕੀਤਾ ਸਾਇੰਟਿਸਟ ਨੇ, ਹਾਈਬ੍ਰਿਡ ਇਹਨਾਂ ਦੋਨਾਂ ਨੂੰ ਕੰਬਾਈਨ ਕਰਕੇ ਕੈਂਸਰ ਦਾ ਸੋਲੂਸ਼ਨ ਬਣਾਉਣ ਦਾ ਸੋਚਿਆ ਐਂਡ that has shown ਸਕਸੈਸਫੁਲ ਰਿਜ਼ਲਟਸ ਔਰ ਸਕਸੈਸਫੁਲ ਆਊਟਕਮਸ। ਠੀਕ ਹੈ। ਸੋ ਇਹੀ ਦੇਖਣਾ ਹੈ ਆਪਾਂ ਕਿ ਅੱਗੇ ਜਾ ਕੇ ਐਕਚੁਅਲ ਚ ਕਿੰਨਾ ਕਾਰਗਰ ਹੁੰਦਾ ਹੈ। ਹੁਣ ਥਿਓਰੈਟੀਕਲ ਲੈਵਲ ਤੇ ਹਜੇ ਇਹ ਪੋਜ਼ਿਟਿਵ ਰਿਜ਼ਲਟਸ ਦੇ ਰਿਹਾ ਹੈ। ਕਿਆ ਕੀਤਾ ਜਾਂਦਾ ਹੈ, ਇਹਨਾਂ ਦਾ ਹਾਈਬ੍ਰਿਡ ਨੈਨੋ ਪਾਰਟੀਕਲ ਇੱਕ ਬਣਾਇਆ ਜਾਂਦਾ ਹੈ। ਉਹ ਕੀ ਕਰਦਾ ਹੈ, ਜਦੋਂ ਉਸ ਤੇ ਲਾਈਟ ਥਰੋ ਕੀਤੀ ਜਾਂਦੀ ਹੈ, ਇਟ ਐਬਜ਼ੌਰਬਸ ਲਾਈਟ ਐਂਡ ਜਨਰੇਟਸ ਹੀਟ। ਲਾਈਟ ਐਬਜ਼ੌਰਬ ਕਰਦਾ ਹੈ, ਹੀਟ ਜਨਰੇਟ ਕਰਦਾ ਹੈ। ਹੀਟ ਜਿਹੜੀ ਹੁੰਦੀ ਹੈ ਕੈਂਸਰ ਸੈਲਸ ਨੂੰ ਡੈਮੇਜ ਕਰਦੀ ਹੈ ਆਪਣੀ ਬੋਡੀ ਦੇ ਵਿੱਚ। ਠੀਕ ਹੈ। ਇਟ ਵਿਲ ਖਤਮ ਕਰ ਦਿੰਦਾ ਹੈ ਪੂਰਾ ਕੈਂਸਰ ਸੈਲਸ ਨੂੰ ਜਿਹੜੇ ਆਪਣੇ ਬੋਡੀ ਦੇ ਵਿੱਚ ਹੈ, ਟੌਕਸਿਨਸ ਜਿਹੜੇ ਆਪਣੇ ਬੋਡੀ ਦੇ ਵਿੱਚ ਹੈ। ਰਾਈਟ, ਸੋ ਇਹ ਕੈਂਸਰ ਦੀ ਡਿਟੈਕਸ਼ਨ ਚ ਵੀ ਹੈਲਪ ਕਰਦਾ ਹੈ ਬਾਈ ਯੂਜ਼ਿੰਗ ਸਾਊਂਡ ਵੇਵਸ। ਹੀਟ ਦੇ ਨਾਲ ਕੈਂਸਰ ਸੈਲਸ ਨੂੰ ਕਿਲ ਕਰਦਾ ਹੈ। ਠੀਕ ਹੈ ਜੀ, ਇਹ ਬੇਸਿਕਸ ਯਾਦ ਰੱਖਣਾ ਹੈ, ਕੈਨ ਬੀ ਆਸਕਡ ਇਨ ਦਾ ਕੁਐਸਚਨ। ਉਸ ਤੋਂ ਬਾਅਦ ਆਈਮੈਕ, ਤੁਹਾਨੂੰ ਪਤਾ ਹੈ G20 ਸਮਿਟ ਚੱਲ ਰਿਹਾ ਹੈ, ਇੰਡੀਆ ਇਸ ਸਾਲ ਦਾ ਪ੍ਰੈਜ਼ੀਡੈਂਟ ਸੀ ਤਾਂ ਇਹ ਕਾਫੀ ਇੰਪੋਰਟੈਂਟ ਹੈ। ਤਾਂ ਫਰਸਟ ਇੰਪੋਰਟੈਂਟ ਡਿਸੀਜਨ ਜਿਹੜਾ ਆਇਆ ਗਿਆ ਹੈ ਉਹ ਹੈ ਆਈਮੈਕ ਦਾ। ਆਈਮੈਕ ਮਤਲਬ ਇੰਡੀਆ ਮਿਡਲ ਈਸਟ ਯੂਰਪ ਇਕਨੋਮਿਕ ਕੋਰੀਡੋਰ। ਰਾਈਟ, ਇੰਡੀਆ ਮਿਡਲ ਈਸਟ ਤੇ ਯੂਰਪ ਨੂੰ ਕਨੈਕਟ ਕਰਨ ਲਈ। ਰਾਈਟ, ਆਈ ਹੋਪ ਯੂ ਅੰਡਰਸਟੈਂਡ ਦਿਸ। ਲੈਟ ਮੀ ਜਸਟ ਡਰਾ, ਥੋੜਾ ਰਫ ਜਿਹਾ ਬਣਿਆ ਹੈ, ਦਿਸ ਇਜ਼ ਨॉट एक्यूरेट, बस जस्ट इंडिया मिडल ईस्ट, सॉरी गलत बनाया है, ये लैंड के थ्रू नहीं जाएगा, इट विल गो फ्रॉम सी, इंडिया मिडल ईस्ट एंड देन यूरोप। ठीक है, दिस इज मिडल ईस्ट, दिस इज इंडिया, देन यूरोप। ਇਹਨਾਂ ਨੂੰ ਲਿੰਕ ਕਰਨ ਲਈ ਇਹ ਕੋਰੀਡੋਰ ਬਣਾਉਣ ਦਾ ਪ੍ਰੋਜੈਕਟ ਜਿਹੜਾ ਹੈ MOU, ਮੈਮੋਰੈਂਡਮ ਆਫ ਅੰਡਰਸਟੈਂਡਿੰਗ, ਵੇਰੀਅਸ ਕੰਟਰੀਜ਼ ਜਿਹੜੀਆਂ ਇੱਥੇ ਇਨਵੋਲਡ ਆ ਉਹਨਾਂ ਨੇ ਸਾਈਨ ਕੀਤਾ ਹੈ, ਵਿਚ ਇਨਕਲੂਡਸ ਇੰਡੀਆ, US, UAE, ਸਾਊਦੀ ਅਰੇਬੀਆ, ਫਰਾਂਸ, ਜਰਮਨੀ, ਇਟਲੀ, यूरोपियन यूनियन ਜਿਹੜਾ ਸਾਰੀ ਛੋਟੀ ਮੋਟੀ ਕੰਟਰੀਜ਼ ਨੂੰ ਮਿਲਾ ਕੇ ਬਣਦਾ ਹੈ, ਵੱਡੀਆਂ ਨੂੰ ਵੀ, ਜਰਮਨੀ ਵਗੈਰਾ। ਸੋ ਇਹਨਾਂ ਸਭ ਨੇ ਮਿਲ ਕੇ MOU ਸਾਈਨ ਕੀਤਾ ਹੈ that they will try to establish such an economic corridor to facilitate movement of trade from Asia towards Europe। ठीक है, ਇਹਦਾ सिग्निफिकेंस क्या है, बेसिकली देखो फर्स्ट ऑफ ऑल इकोनॉमिक इंटीग्रेशन प्रोवाइड करेगा, ऑब्वियसली ट्रेड बूस्ट करेगा, एनर्जी टाइज ਨੂੰ ਬੂਸਟ ਕਰੇਗਾ। ਸੈਕੰਡ ਬੈਨੀਫਿਟ ਕਿਆ ਹੈ, ਚਾਈਨਾ ਜਿਹੜਾ ਹੈ BRI ਦੇ ਥਰੂ ਬਹੁਤ ਜ਼ਿਆਦਾ ਫੈਲ ਰਿਹਾ ਹੈ, ਅਫਰੀਕਾ, ਏਸ਼ੀਆ, ਯੂਰਪ ਸਾਰੇ ਕਿਤੇ। ਇਟਲੀ ਨਾਲ ਵੀ ਇਹਨਾਂ ਨੇ ਜਿਹੜਾ ਹੈ ਅਗਰੀਮੈਂਟ ਸਾਈਨ ਕੀਤਾ ਸੀ ਫॉर ਦਿਸ BRI ਪ੍ਰੋਜੈਕਟ। ਸੋ ਇਹ BRI ਦਾ ਹੀ ਇੱਕ ਕਾਊਂਟਰ ਹੈ ਸੀ ਰੂਟ ਦੇ ਥਰੂ ਟੂ ਸਪਰੈਡ ਟ੍ਰੇਡ, ਟੂ ਪ੍ਰੋਵਾਈਡ ਓਪਰਚੁਨਿਟੀਜ਼ ਟੂ ਥੀਸ ਮਿਡਲ ਈਸਟਰਨ ਐਂਡ यूरोपियन कंट्रीज। ये प्रोजेक्ट ਜਿਹੜਾ ਹੈ ਹੁਣ ਸੈਟਅਪ ਕੀਤਾ ਗਿਆ ਹੈ, तो ਚਾਈਨਾ ਨੂੰ ਕਾਊਂਟਰ ਕਰਨ ਲਈ ਇਹ ਬਹੁਤ ਇੰਪੋਰਟੈਂਟ ਹੈ। ਇਟਲੀ ਨੇ ਆਲਰੇਡੀ ਇਹ ਸਟੈਪ ਲੈ ਲਿਆ ਹੈ, ਉਹਨੇ BRI ਵਿੱਚੋਂ it has decided to exit BRI and to join IMEC, ਇਹਨੇ ਇੱਕ MOU ਸਾਈਨ ਕੀਤਾ ਹੈ। ਸੋ ਇਹ ਬਹੁਤ ਲੇਟੈਸਟ ਇੰਪੋਰਟੈਂਟ ਡਿਵੈਲਪਮੈਂਟ ਹੈ, that is how we are trying to counter the Chinese influence under BRI। ਠੀਕ ਹੈ ਜੀ, ਨੈਕਸਟ ਹੈਗਾ ਇਹ ਅਫਰੀਕਨ ਯੂਨੀਅਨ। ਇੰਡੀਆ ਦੀ ਹੈਲਪ ਦੇ ਨਾਲ ਅਫਰੀਕਨ ਯੂਨੀਅਨ ਨੂੰ G20 ਦੀ ਮੈਂਬਰਸ਼ਿਪ ਵਿੱਚ ਐਡ ਕਰ ਦਿੱਤਾ ਗਿਆ ਹੈ। ਪਹਿਲਾਂ 20 ਹੀ 19 countries plus EU used to be the member of G20. Now African Union has also been added. African Union is a representative of 55 African states। ਠੀਕ ਹੈ, ਜਿਵੇਂ EU ਬਣਿਆ ਹੋਇਆ ਹੈ ਉਵੇਂ ਹੀ ਅਫਰੀਕਨ ਯੂਨੀਅਨ ਹੈ। ਅਫਰੀਕਾ ਵਿੱਚ ਇੰਨੀ ਸਾਰੀ ਕੰਟਰੀਜ਼ ਹੈ, ਉਹਨਾਂ ਨੂੰ ਮਿਲਾ ਕੇ ਜਿੱਥੇ ਉਹਦੇ ਰਿਪਰੈਜ਼ੈਂਟੇਟਿਵਸ ਹੁੰਦੇ ਹੈ ਉਹ ਅਫਰੀਕਨ ਯੂਨੀਅਨ ਹੈ। तो इंडिया की मदद नाल ये ऐड कराया गया। इंडिया ने ऐड क्यों कराया, देखो ये काफी सारे बेनिफिट्स है। फर्स्टली तो पूरी ग्लोबल साउथ की वॉइस ਨੂੰ स्ट्रेंथन ਕਰਨ ਲਈ ਅਫਰੀਕਾ ਦੀ ਪ੍ਰੈਜ਼ੈਂਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਉਸ ਤੋਂ ਬਾਅਦ ਇਕੁਟੇਬਲ ਇੰਟਰਨੈਸ਼ਨਲ ਆਰਡਰ ਬਣਾਉਣਾ ਕਿ ਇਹ ਨਾ ਹੁਣ ਸਿਰਫ ਅਮੀਰ ਜਾਂ ਡਿਵੈਲਪਡ ਕੰਟਰੀਜ਼ ਹੀ
ਪਾਰਟਿਸਿਪੇਟ ਕਰਨ ਇੰਟਰਨੈਸ਼ਨਲ ਲੈਵਲ ਤੇ, ਬਟ ਹਰ ਕੰਟਰੀ ਨੂੰ ਅਪਰਚੁਨਿਟੀ ਮਿਲੇ, ਇਸੇ ਲਈ ਅਫਰੀਕਾ ਨੂੰ ਇਨਕਲੂਡ ਕਰਾਇਆ ਗਿਆ ਹੈ। 55 ਕੰਟਰੀਜ਼ ਨੂੰ ਤੁਸੀਂ ਕਿਵੇਂ ਬਾਹਰ ਰੱਖ ਸਕਦੇ ਹੋ G20 ਜਾਂ ਜੀ ਵੱਡੀ ਗਰੁੱਪਿੰਗ ਚੋਂ, ਇਸੇ ਲਈ ਇੰਡੀਆ ਨੇ ਅਫਰੀਕਾ ਨੂੰ ਅਫਰੀਕਨ ਯੂਨੀਅਨ ਦੇ ਤੌਰ ਤੇ ਐਡ ਕਰਾਇਆ ਹੈ। ਤੇ ਇੰਡੀਆ ਮਿਊਚੁਅਲ ਬੈਨੀਫਿਟ ਵੀ ਦੇਖ ਰਿਹਾ ਹੈ ਕਿ ਅਗਰ ਅਸੀਂ ਅਫਰੀਕਾ ਦੀ ਹੈਲਪ ਕਰਾਂਗੇ ਤਾਂ ਜਗ੍ਹਾ ਜਗ੍ਹਾ ਤੇ ਅਫਰੀਕਾ ਵਿਲ ਰੈਸਿਪਰੋਕੇਟ। ਅਫਰੀਕਾ ਸਾਨੂੰ UN 'ਚ ਸਪੋਰਟ ਕਰ ਸਕਦਾ ਹੈ। ਅਫਰੀਕਾ 'ਚ ਇੰਨੇ ਰਿਸੋਰਸਿਸ ਹੈ ਜਿੱਥੇ ਇੰਡੀਅਨ ਬਿਜ਼ਨਸਿਸ ਇਨਵੈਸਟ ਕਰ ਸਕਦੇ ਹੈ। ਅਫਰੀਕਾ ਦੇ ਵਿੱਚ ਇੰਨੀ ਐਗਰੀਕਲਚਰਲ ਲੈਂਡ ਹੈ, ਗੋਲਡ ਹੈ, ਕਾਫੀ ਹੈ, ਐਂਡ ਦੇਰ ਆਰ ਲੋਟ ਆਫ ਬੈਨੀਫਿਟਸ ਦੈਟ ਵੀ ਕੈਨ ਰੀਪ ਫਰੋਮ ਅਫਰੀਕਾ। ਸੋ ਹੁਣ ਅਗਰ ਆਪਾਂ ਇਹਨਾਂ ਦਾ ਫਾਇਦਾ ਕਰਾਵਾਂਗੇ ਫਿਊਚਰ ਵਿੱਚ ਦੇ ਵਿਲ ਰੈਸਿਪਰੋਕੇਟ ਅਸ, ਉਸ ਵਿਜ਼ਨ ਨਾਲ ਵੀ ਇੰਡੀਆ ਇਹਨਾਂ ਦੀ ਹੈਲਪ ਕਰ ਰਿਹਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਇੰਪੋਰਟੈਂਟ ਆਰਟੀਕਲ, ਪੀਐਮ ਨੇ ਦੇਖੋ G20 ਚ ਜਿੰਨੇ ਵੀ ਆਪਣੇ ਫੋਰਨ ਤੋਂ ਵੱਡੇ ਗੈਸਟ ਆਏ ਸੀ ਉਹਨਾਂ ਨੂੰ ਇਹ ਗਿਫਟ ਹੈਂਪਰ, ਰਿਟਰਨ ਗਿਫਟ ਹੈਂਪਰ ਦਿੱਤਾ ਹੈ, ਵਿਚ ਇਨਕਲੂਡਸ ਆਪਣੀ ਹੈਰੀਟੇਜ ਦੇ ਬਹੁਤ ਸਾਰੇ ਇੰਪੋਰਟੈਂਟ ਐਲੀਮੈਂਟਸ ਜਿਨ੍ਹਾਂ ਤੇ ਪ੍ਰੀਲਿਮ ਬੇਸਡ ਕੁਐਸਚਨ ਆ ਸਕਦਾ ਹੈ, ਇਸ ਲਈ ਆਪਣਾ ਇਹ ਕਰਨਾ ਜ਼ਰੂਰੀ ਹੈ। ਠੀਕ ਹੈ। ਸਭ ਤੋਂ ਪਹਿਲਾ ਗਿਫਟ ਜਿਹੜਾ ਦਿੱਤਾ ਹੈ ਪੀਐਮ ਮੋਦੀ ਨੇ, ਕਸ਼ਮੀਰੀ ਸੈਫਰਨ ਤੇ ਪਸ਼ਮੀਨਾ ਸ਼ਾਲਸ ਜਿਹੜੇ ਹੈ ਆਪਣੇ ਗੈਸਟ ਨੂੰ ਦਿੱਤੇ ਨੇ ਇਸ ਬਾਕਸ ਦੇ ਵਿੱਚ, ਰਾਈਟ। 4-5 ਟਾਈਪ ਦੇ ਗਿਫਟਸ ਨੇ, ਉਹ ਸਾਰੇ ਆਪਾਂ ਨੂੰ ਪੜ੍ਹਨੇ ਜ਼ਰੂਰੀ ਹੈ। ਕਸ਼ਮੀਰੀ ਸੈਫਰਨ ਤੁਹਾਨੂੰ ਪਤਾ ਹੀ ਹੈ, ਸੈਫਰਨ ਜਿਹੜਾ ਹੈ ਬਹੁਤ ਜ਼ਿਆਦਾ ਮਹਿੰਗਾ ਇੱਕ ਰਿਸੋਰਸ ਹੈ ਐਗਰੀਕਲਚਰ ਦਾ, ਔਰ ਜੰਮੂ ਕਸ਼ਮੀਰ 'ਚ ਬਹੁਤ ਜ਼ਿਆਦਾ ਗਰੋ ਕੀਤਾ ਜਾਂਦਾ ਹੈ। ਇਹ ਬਹੁਤ ਹੀ ਲੇਬਰ ਇੰਟੈਂਸਿਵ ਹੁੰਦਾ ਹੈ, ਇਸੇ ਲਈ ਇਹ ਬਹੁਤ ਮਹਿੰਗਾ ਹੁੰਦਾ ਹੈ। ਬਟ ਕਸ਼ਮੀਰੀ ਸੈਫਰਨ ਜਿਹੜਾ ਹੈ ਵਨ ਆਫ ਦੀ ਮੋਸਟ ਐਕਸਪੈਂਸਿਵ ਤੇ ਕੁਆਲਿਟੀ ਪ੍ਰੋਡਕਟ ਹੈ ਪੂਰੇ ਵਰਲਡ ਦੇ ਵਿੱਚ। ਠੀਕ ਹੈ। ਸੋ ਇਸੇ ਲਈ ਇਹ ਦਿੱਤਾ ਗਿਆ। ਪਸ਼ਮੀਨਾ ਸ਼ਾਲ ਵੀ ਬਹੁਤ ਇੰਪੋਰਟੈਂਟ ਨੇ, ਵਰਲਡਸ ਮੋਸਟ ਯੂਨੀਕ ਕਾਸ਼ਮੀਰ ਗੋਟ ਤੋਂ ਇਹ ਬਣਦੇ ਨੇ, ਐਂਡ ਦੈਟ ਇਜ਼ ਵਾਈ ਦੇ ਹੈਵ ਬੀਨ ਗਿਵਨ। ਬਹੁਤ ਹੀ ਮਹਿੰਗੇ ਹੁੰਦੇ ਆ ਅਗੇਨ, ਸੋ ਇਹਨੂੰ ਤੁਸੀਂ ਇਹਦੀ ਡਿਟੇਲ ਪੜ੍ਹ ਸਕਦੇ ਹੋ ਫॉर योर ਰੈਫਰੈਂਸ। ਉਸ ਤੋਂ ਬਾਅਦ ਆਰੂਕੂ ਵੈਲੀ, ਆਂਧਰਾ ਪ੍ਰਦੇਸ਼ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਆਰੂਕੂ ਵੈਲੀ ਹੈ, ਤੁਸੀਂ ਇਹਦੇ ਬਾਰੇ ਮੇ ਵੀ ਪਹਿਲਾਂ ਸੁਣਿਆ ਹੋਵੇ, ਥੋੜਾ ਨਕਸਲਿਜ਼ਮ ਲਈ ਵੀ ਫੇਮਸ ਹੈ, ਬਟ ਆਰੂਕੂ ਵੈਲੀ ਦੀ ਕਾਫੀ ਵੀ ਬਹੁਤ ਜ਼ਿਆਦਾ ਫੇਮਸ ਹੈ, ਰਾਈਟ। ਨੈਚੁਰਲ ਇਨਵਾਇਰਨਮੈਂਟ 'ਚ ਬਿਲਕੁਲ ਇਹ ਕਾਫੀ ਗਰੋ ਕੀਤੀ ਜਾਂਦੀ ਹੈ, ਬਿਲਕੁਲ ਵੀ ਪੈਸਟੀਸਾਈਡਸ ਵਗੈਰਾ ਇਸ 'ਚ ਨਹੀਂ ਜ਼ਿਆਦਾ ਇਨਕਲੂਡ ਕੀਤੇ ਜਾਂਦੇ, ਐਂਡ ਦੈਟ ਇਜ਼ ਵਾਈ ਦਿਸ ਇਜ਼ ਇੰਪੋਰਟੈਂਟ। ਤੇ ਇਹਦੇ ਬੀਨਸ ਵੀ ਇਸ ਹੈਂਪਰ ਵਿੱਚ ਇਨਕਲੂਡ ਕੀਤੇ ਗਏ ਨੇ। ਦੈਨ ਸੁੰਦਰਬਨਸ ਦੀ ਸਪੈਸ਼ਲ ਹਨੀ, ਰਾਈਟ। ਸੁੰਦਰਬਨਸ ਤੁਹਾਨੂੰ ਪਤਾ ਹੈ ਮੈਨਗ੍ਰੋਵਸ ਦਾ ਇਲਾਕਾ ਹੈ, ਇੱਥੇ ਬੀਜ਼ ਵਗੈਰਾ ਵੀ ਕਾਫੀ ਪਾਈਆਂ ਜਾਂਦੀਆਂ ਹੈ, ਬੀ ਕਲਟੀਵੇਸ਼ਨ ਵੀ ਹੁੰਦੀ ਹੈ, ਉੱਥੋਂ ਦਾ ਹਨੀ ਵੀ ਇਸ ਡੱਬੇ ਵਿੱਚ ਦਿੱਤਾ ਗਿਆ ਹੈ। ਅਗੇਨ ਲਾਰਜੈਸਟ ਮੈਨਗ੍ਰੋਵ ਫੋਰੈਸਟ ਦੇ ਮੋਸਟ ਕੁਆਲਿਟੀ ਹਨੀ ਬੀਜ਼ ਤੋਂ ਇਕੱਠਾ ਕਰਕੇ ਇਹ ਦਿੱਤਾ ਗਿਆ ਹੈ। ਉਸ ਤੋਂ ਬਾਅਦ ਟੀ ਤੁਹਾਨੂੰ ਪਤਾ ਹੀ ਹੈ, ਦਾਰਜਲਿੰਗ ਤੇ ਨੀਲਗਿਰੀਜ਼ ਦੀ ਟੀ ਬਹੁਤ ਹੀ ਜ਼ਿਆਦਾ ਫੇਮਸ ਹੈ, ਇਹਨਾਂ ਨੂੰ ਸ਼ੈਂਪੇਨ ਆਫ ਟੀਜ਼ ਵੀ ਕਹਿੰਦੇ ਨੇ, ਰਾਈਟ। ਦੈਟ ਇਜ਼ देयर ਸਟੇਟਸ, ਐਂਡ ਪਰਟੀਕੂਲਰ ਕੰਡੀਸ਼ਨਸ 'ਚ ਗਰੋ ਕੀਤੇ ਜਾਂਦੇ ਨੇ। ਪੂਰੀ ਜੋਗ੍ਰਾਫਿਕਲ ਕੰਡੀਸ਼ਨਸ ਪਲੀਜ਼ ਇਹਨਾਂ ਦੀ ਪੜ੍ਹ ਲਿਓ, ਕੁਐਸਚਨਸ ਆਉਂਦੇ ਨੇਗੇ। ਠੀਕ ਹੈ। ਕਿਹੜੀ ਹਾਈਟ, ਕਿਹੜੇ ਟੈਂਪਰੇਚਰ, ਕਿਹੜੀ ਸੋਇਲ ਦੇ ਵਿੱਚ ਇਹ ਗਰੋ ਹੁੰਦੀਆਂ ਨੇ ਦਾਰਜਲਿੰਗ ਤੇ ਨੀਲਗਿਰੀ ਟੀ, ਤੇ ਇੱਥੇ ਹੀ ਕਿਉਂ ਇੰਨੀਆਂ ਫੇਮਸ ਹੈ, ਤਾਂ ਪੂਰਾ ਜੋਗ੍ਰਾਫੀ ਪਰਸਪੈਕਟਿਵ ਤੋਂ ਇਹ ਪੜ੍ਹ ਲਿਓ। ਸੋ ਇਹ ਜਿਹੜਾ ਹੈ ਬਹੁਤ ਫੇਮਸ ਹੈ, ਐਂਡ ਇਹ ਵੀ ਇਸ ਪੈਕੇਟਸ 'ਚ ਵੀ ਇਹ ਵੀ ਇਸ ਡੱਬੇ ਵਿੱਚ ਇਨਕਲੂਡ ਕੀਤੇ ਗਏ ਨੇ, ਦੈਟ ਯੂ ਕੈਨ ਸੀ। ਠੀਕ ਹੈ ਜੀ। ਫਾਈਨਲੀ ਇਤਰ, ਇਤਰ ਜਿਹੜਾ ਕਿ ਆਪਣਾ ਪਰਫਿਊਮ ਜਾਂ ਖੁਸ਼ਬੂ ਜਿਹੜੀ ਹੁੰਦੀ ਹੈ, ਕਨੌਜ ਤੋਂ ਇੱਕ ਬਹੁਤ ਹੀ ਫੇਮਸ ਖੁਸ਼ਬੂ ਹੈ ਜ਼ਿਗਹਾਰਾ, ਜਿਹਨੂੰ ਕਹਿੰਦੇ ਨੇ ਜ਼ਿਗਹਾਰਾ ਇਤਰ, ਇਹ ਵੀ ਗਿਫਟ ਕੀਤਾ ਗਿਆ ਹੈ। ਇਤਰ ਇਜ਼ ਬੇਸਿਕਲੀ ਪਰਫਿਊਮ। ਠੀਕ ਹੈ। ਇਹ ਬੋਟੈਨੀਕਲ ਸੋਰਸਿਸ ਤੋਂ ਪ੍ਰੋਡਿਊਸ ਕੀਤਾ ਜਾਂਦਾ ਹੈ, ਆਇਲਸ, ਫੁੱਲ ਵਗੈਰਾ ਮਿਲੂ ਕੇ ਇਹ ਖੁਸ਼ਬੂ ਬਣਾਈ ਜਾਂਦੀ ਹੈ, ਜੈਸਮੀਨ ਦੇ ਰੋਜ਼ਸ ਤੋਂ ਬਣੀ ਹੁੰਦੀ ਹੈ, ਇਹ ਜੈਸਮੀਨ ਐਂਡ ਰੋਜ਼ਸ ਤੋਂ, ਸੋ ਦੈਟ ਇਜ਼ ਵਾਈ ਦਿਸ ਇਜ਼ ਫੇਮਸ। ਠੀਕ ਹੈ। ਇਹ ਸਾਰੇ ਪ੍ਰੀ ਦੇ ਪਰਸਪੈਕਟਿਵ ਤੋਂ ਯਾਦ ਰੱਖਣੇ ਹੈ। ਕੁਝ ਏਰੀਆਜ਼ 'ਚ ਮੇਜ਼ ਦਾ ਵੀ ਕੁਐਸਚਨ ਆ ਸਕਦਾ ਹੈ, ਤਾਂ ਥੋੜਾ ਡਿਟੇਲ ਨਾਲ ਪੜ੍ਹ ਲਿਓ, ਰਾਈਟ। ਇਹ ਸਾਰਾ ਜਿਹੜਾ ਹੈ ਸ਼ੀਸ਼ਮ ਦੇ ਸ਼ੀਸ਼ਮ ਲੱਕੜੀ ਦੇ ਡੱਬੇ ਵਿੱਚ ਪੈਕ ਕੀਤਾ ਗਿਆ ਹੈ। ਸ਼ੀਸ਼ਮ ਲੱਕੜੀ ਜਿਹੜੀ ਹੈ ਸਭ ਤੋਂ ਡਿਊਰੇਬਲ ਹੁੰਦੀ ਹੈ ਤੇ ਕਾਫੀ ਜ਼ਿਆਦਾ ਕਾਸਟਲੀ ਵੀ ਹੁੰਦੀ ਹੈ, ਰਾਈਟ। ਸੋ ਇਹਨੂੰ ਵੀ ਆਪਾਂ ਧਿਆਨ 'ਚ ਰੱਖਣਾ ਹੈ। ਲਾਸਟ ਨਿਊਜ਼ ਆਈਟਮ ਹੈ, ਨਵਾਂ 에ਅਰ ਬੇਸ ਜਿਹੜਾ ਹੈ ਇੰਡੀਅਨ 에ਅਰ ਫੋਰਸ ਨੇ ਬਣਾਇਆ ਹੈ ਇਨ ਲੱਦਾਖ ਐਟ ਨਾਯੋਮਾ। ਠੀਕ ਹੈ। ਇਹ ਡਿਫੈਂਸ ਲਈ ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਪਤਾ ਹੀ ਹੈ ਇੰਡੀਆ ਦੇ ਜਿਹੜੇ ਵੀ ਹੈਵ ਵੈਰੀ ਹੋਸਟਾਈਲ ਨੇਬਰ ਟੂ ਦਿਸ ਸਾਈਡ, ਦੈਟ ਇਜ਼ ਚਾਈਨਾ, ਜਿਹੜਾ ਕਿ ਕੰਟੀਨਿਊਸਲੀ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਰ ਰਿਹਾ ਹੈ ਬਾਰਡਰ ਦੇ ਅਲੋਂਗ। ਤਾਂ ਇਹਨੂੰ ਕਾਊਂਟਰ ਕਰਨ ਲਈ, ਇਹਨੂੰ ਕੰਬੈਟ ਕਰਨ ਲਈ, ਇਹਦੇ ਨਾਲ ਲੜਨ ਲਈ ਸਾਡੀ ਪ੍ਰੀਪੇਅਰਡਨੈਸ, ਸਾਡੀ ਤਿਆਰੀ ਵੀ ਬਹੁਤ ਇੰਪੋਰਟੈਂਟ ਹੈ। ਇਸੇ ਲਈ ਅਸੀਂ ਵੇਰੀਅਸ ਇਨਫਰਾਸਟ੍ਰਕਚਰ ਪ੍ਰੋਜੈਕਟਸ ਜਿਹੜੇ ਹੈ ਕਰਦੇ ਰਹਿੰਦੇ ਆ ਡਿਵੈਲਪ। ਇਹਨਾਂ ਚੋਂ BRO ਜਿਹੜਾ ਹੈ ਬਾਰਡਰ ਰੋਡ ਆਰਗੇਨਾਈਜੇਸ਼ਨ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ, ਦੈਟ ਇਜ਼ ਦੀ ਆਰਗੇਨਾਈਜੇਸ਼ਨ ਦੈਟ ਅੰਡਰਟੇਕਸ ਥੀਸ ਇਨਫਰਾਸਟ੍ਰਕਚਰ ਪ੍ਰੋਜੈਕਟਸ। ਤਾਂ ਹੁਣ ਇਹ ਪ੍ਰੋਜੈਕਟ ਵੀ ਨਵਾਂ ਬੇਸ ਬਣਾਉਣ ਦਾ ਪ੍ਰੋਜੈਕਟ 214 ਕਰੋੜ ਦਾ ਪ੍ਰੋਜੈਕਟ ਵੀ BRO ਨੂੰ ਦਿੱਤਾ ਗਿਆ ਹੈ।
ਠੀਕ ਹੈ। ਇੰਪੋਰਟੈਂਟ ਗੱਲ ਇਹ ਹੈ ਕਿ ਇਹ ਲੱਦਾਖ ਏਰੀਆ ਵਿੱਚ, ਜੰਮੂ ਕਸ਼ਮੀਰ ਏਰੀਆ ਵਿੱਚ ਜਾਂ ਲੱਦਾਖ ਦੀ ਯੂਨੀਅਨ ਟੈਰੀਟਰੀ ਜਿਹੜੀ ਹੁਣ ਹੈਗੀ ਹੈ, ਇਸ ਦੇ ਵਿੱਚ ਇਹ ਚੌਥਾ ਪ੍ਰੋਜੈਕਟ ਹੋਣਾ ਹੈ। ਪਹਿਲਾ ਲੇਹ ਸੀ, ਸੈਕਿੰਡ ਕਾਰਗਿਲ ਸੀ, ਥਰਡ ਹਿਓਸੇ ਜਿਹੜਾ ਕਿ ਸਾਈਚਿਨ ਏਰੀਆ ਵਿੱਚ ਹੈ, ਸਾਈਚਿਨ ਤੇ ਜਿਹੜੇ ਆਪਣੇ ਸੋਲਜਰਸ ਬੈਠੇ ਹੁੰਦੇ ਆ, ਇਹ ਫੋਰਥ ਜਿਹੜਾ ਹੈ ਨਾਇਓਮਾ ਹੋ ਗਿਆ, ਰਾਈਟ। ਸੋ ਇਹ ਫੋਰਥ ਫੁੱਲ ਫਲੈਸ਼ਡ ਆਪਰੇਟਿੰਗ ਬੇਸ ਹੈ ਲੱਦਾਖ ਦੇ ਵਿੱਚ ਆਪਣੀ ਇੰਡੀਅਨ ਏਅਰ ਫੋਰਸ ਦਾ, ਇਹ ਯਾਦ ਰੱਖਣਾ ਹੈ। ਸੋ ਇਹ ਬਹੁਤ ਇੰਪੋਰਟੈਂਟ ਡਿਵੈਲਪਮੈਂਟ ਹੈ, ਚਾਈਨਾ ਨੂੰ ਕਾਊਂਟਰ ਕਰਨ ਲਈ, ਡਿਫੈਂਸ ਪ੍ਰੀਪੇਅਰਡਨੈਸ ਲਈ ਬਹੁਤ ਇੰਪੋਰਟੈਂਟ ਹੈ, ਰਾਈਟ। that is all for this discussion। अगर ਤੁਹਾਨੂੰ ਕੋਈ ਵੀ ਡਾਊਟ ਹੈ, ਕੋਈ ਵੀ ਕੁਐਰੀ ਹੈ, please do not hesitate, just message us on 8837604500। ਤੁਸੀਂ ਆਪਦੀ preparation regarding ਕੁਝ ਵੀ discuss ਕਰਨਾ ਚਾਹੁੰਦੇ ਹੋ, you can message us at this number or you can call us at this number। Also please go through the details of this test series। ਸਾਡੇ telegram channel ਵਿੱਚ ਵੀ available ਹੈ, WhatsApp ਵੀ ਤੁਸੀਂ ਕਰ ਸਕਦੇ ਹੋ for details। ਟੈਲੀਗ੍ਰਾਮ ਚੈਨਲ ਦਾ ਲਿੰਕ ਜਿਹੜਾ ਹੈ ਤੁਹਾਨੂੰ ਨੀਚੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਏਗਾ। PDF also is posted in the Telegram channel, so do join the Telegram channel, right? That is all for today. Thank you so much for joining.